ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਭੂਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਾਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਾਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੈ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਜਾ ਕੀ ਸਰਣ ਪਿਆ ਸੁਖ ਪਾਈਐ, ਬਾਹੜ ਦੁਖ ਨਾ ਹੋਈ। ਰਹਾਉ ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਚੈ, ਜਿਨ ਹਰ ਨਾਮ ਹਿਰਦੈ ਪਰੋਈ। ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਧੂਰ ਨਾਨਕ ਦਾਸ ਬਾਚੈ, ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰਣਾ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ
ਤਲਵੰਡੀ ਦੇ ਸਾਰੇ ਨੌਜਵਾਨ ਬਜ਼ੁਰਗ ਸਮੂਹ ਮਾਈ ਭਾਈ ਸਾਧ ਸੰਗਤ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਹ ਸੰਤ ਸਮਾਗਮ ਕੀਰਤਨ ਦਰਬਾਰ ਬੜੀ ਧੂਮਧਾਮ ਦੇ ਨਾਲ ਬੜੇ ਸੁੰਦਰ ਖੁੱਲ੍ਹੇ ਪੰਡਾਲ ਸਜਾ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਸੋਹਣਾ ਆਸਣ ਤਿਆਰ ਕੀਤਾ ਹੈ ਔਰ ਬੜੇ ਸੁੰਦਰ ਢੰਗ ਦੇ ਨਾਲ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ ਹਨ ਔਰ ਸ਼ਾਮ ਦਾ ਨਿਤਨੇਮ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਗੀ ਸਿੰਘਾਂ ਨੇ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਾਲਿਆਂ ਨੇ ਬੜੇ ਪਿਆਰ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਵਿੱਚ ਭਾਈ ਗੁਰਦਾਸ ਸਾਹਿਬ ਦੀਆਂ 12 'ਚੋਂ ਇੱਕ ਵਾਰ ਦਾ ਕੀਰਤਨ ਔਰ ਨਾਮ ਜਪਤ ਸੂਚੀ ਪਈ ਰਸਨਾ ਇਹ ਸ਼ਬਦ ਜਿਹੜਾ ਇਹ ਵੀ ਸਰਵਣ ਕਰਾਇਆ ਹੈ। ਹੁਣ ਜਿਹੜਾ ਇਹ ਸ਼ਬਦ ਮਹਾਰਾਜ ਨੇ ਵਰਤਿਆ ਕਿ ਨਾਮ ਜਪਣਾ ਰਸਨਾ ਸੂਚੀ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਇੱਕ ਤਾਂ ਇਹ ਹੈ ਕਿ ਆਪਾਂ ਜਿਵੇਂ ਕੋਈ ਜਲ ਪਾਣੀ ਛਕਦੇ ਹਾਂ, ਭੋਜਨ ਖਾਂਦੇ ਹਾਂ, ਇਸ ਤਰ੍ਹਾਂ ਮੰਨਦੇ ਆ ਕਿ ਇਹ ਵੀ ਝੂਠ ਹੈ, ਝੂਠੀ ਹੋ ਜਾਂਦੀ ਹੈ। ਪਰ ਇਹ ਝੂਠ ਤਾਂ ਕੁਰਲਾ ਵਗੈਰਾ ਕਰਨੇ ਨਾ, ਜਲ ਵਰਤਣੇ ਨਾ, ਸਾਫ ਔਰ ਪਵਿੱਤਰਤਾ ਹੁੰਦੀ ਹੈ। ਪਰ ਅਸਲੀ ਝੂਠ ਕਿਹੜੀ ਹੈ? ਮਨ ਝੂਠੇ ਵੇ ਜਾਤ ਝੂਠਾ ਖਾਇਆ। ਇਹ ਰਸਨਾ ਨਾਲ ਨਿੰਦਿਆ ਕਰਨੀ, ਝੂਠ ਬੋਲਣਾ, ਕੌੜੇ ਵਚਨ ਬੋਲਣੇ, ਫਿੱਕੇ ਵਚਨ ਬੋਲਣੇ, ਗਾਲੀ ਗਲੋਚ ਕੱਢਣੀ, ਕਿਸੇ ਦੇ ਦੋਸ਼ ਆਰੋਪਣੇ ਔਰ ਕਿਸੇ ਨੂੰ ਝੂਠੀ ਤੋਹਮਤ ਲਾ ਦੇਣੀ। ਇਹ ਚੀਜ਼ਾਂ ਰਸਨਾ ਨੂੰ ਝੂਠਾ ਕਰਦੀਆਂ। ਅੰਨ ਪਾਣੀ ਦੀ ਝੂਠ ਤਾਂ ਚਲੋ ਪਾਣੀ ਨਾਲ ਦੂਰ ਹੋ ਗਈ, ਇਹ ਝੂਠਾਂ ਪਾਣੀ ਨਾਲ ਨਹੀਂ ਲੈਂਦੀਆਂ। ਇਹਦੇ ਵਾਸਤੇ ਨਾਮ ਜਪਤ ਗੋਬਿੰਦ ਕਾ ਸੂਚੀ ਪਈ ਰਸਨਾ, ਜਿਹੜਾ ਪਰਮੇਸ਼ਰ ਦਾ ਨਾਮ ਆ ਉਹਦੇ ਜਪਣ ਦੇ ਨਾਲ ਇਹ ਰਸਨਾ ਦੇ ਜਿਹੜੇ ਦੋਸ਼ ਹੈ ਇਹ ਦੂਰ ਹੁੰਦੇ ਆ। ਕੋਈ ਸਰੀਰ ਦੇ ਦੋਸ਼ ਹੈਗੇ ਆ, ਸਰੀਰ ਦੇ ਪਾਪ ਆ, ਪੈਰਾਂ ਨਾਲ ਕੁਮਾਰਗ ਜਾਣਾ, ਹੱਥਾਂ ਨਾਲ ਚੋਰੀ ਕਰਨੀ, ਸਰੀਰ ਕਰਕੇ ਬਦਫੈਲੀ ਕਰਨੀ, ਇਹ 3 ਦੋਸ਼ ਸਰੀਰ ਦੇ ਆ। ਮਨ ਦੇ ਦੋਸ਼ ਹੈ, ਕਿਸੇ ਦਾ ਬੁਰਾ ਚਿੱਤ ਬਣਾ, ਈਰਖਾ ਕਰਨੀ, ਨਫ਼ਰਤ ਕਰਨੀ, ਘਿਰਣਾ ਕਰਨੀ ਔਰ ਬਗਾਨਾ ਹੱਕ ਉਹਦੇ 'ਤੇ ਛਾਪਾ ਮਾਰਨ ਦੀ ਵਿਚਾਰ ਬਣਾਉਣੀ। ਇਹ ਮਨ ਦੇ ਬੜੇ ਈਰਖਾ ਆ, ਘਿਰਣਾ ਆ, ਨਫ਼ਰਤ ਆ, ਇਹ ਮਨ ਦੇ ਦੋਸ਼ ਹੈ। ਇਹ 10 ਦੋਸ਼ ਹੈ ਜਿਨ੍ਹਾਂ ਨੂੰ ਮਾਰਨ ਕਿਹਾ ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਸ ਕਰਕੇ ਗੁਰਮੁਖ ਪਿਆਰਿਓ, ਬਾਰ-ਬਾਰ ਸਿਮਰਨ ਕਰਨ ਦੀ ਪ੍ਰੇਰਨਾ ਕਿਉਂ ਕੀਤੀ ਹੈ? ਸੇਵਾ ਦੇ ਨਾਲ ਸਾਡੇ ਸਰੀਰ ਦੀ ਪਵਿੱਤਰਤਾ ਹੁੰਦੀ ਹੈ। ਨਾਮ ਜਪਣਾ, ਬਾਣੀ ਦੀ ਵਿਚਾਰ ਕਰਨਾ, ਮਨ ਪਵਿੱਤਰ ਹੁੰਦਾ, ਬੁੱਧੀ ਜਿਹੜੀ ਹੈ ਸ਼ੁੱਧ ਹੁੰਦੀ ਹੈ। ਕਿਉਂਕਿ ਦਰਸ਼ਨ ਡਿਠੈ ਮੁਕਤ ਨਾ ਹੋਵੇ, ਜੇ ਚਿਰ ਗੁਰ ਸ਼ਬਦ ਨਾ ਕਰੈ ਵਿਚਾਰ।
ਜਿਨ੍ਹਾਂ ਸ਼ਬਦੀ ਵਿਚਾਰ ਪ੍ਰਾਪਤ ਨਹੀਂ ਕਰਦਾ ਤੇ ਨਿਰਾ ਦਰਸ਼ਨ ਕਰਨੇ ਨਾ। ਹੁਣ ਚੰਦੂ ਵੀ ਦਰਸ਼ਨ ਕਰਦਾ ਸੀ, ਮੁਰਤਜ਼ਾ ਖਾਂ ਵੀ, ਤੇ ਜਿਨ੍ਹਾਂ ਨੇ ਤਤੀ ਤਵੀ ਤਿਆਰ ਕੀਤੀ ਹੈ, ਤਤਾ ਰੇਤਾ ਸੀਸ ਪਾ ਰਹੇ, ਦਰਸ਼ਨ ਤਾਂ ਉਹ ਵੀ ਕਰਦੇ ਆ, ਪਰ ਉਹਨਾਂ ਦੇ ਅੰਦਰ ਪਾਪ ਵਿਰਤੀ ਹੈ, ਦੁਸ਼ਮਣ ਵਾਲਾ ਬੈਰੀ ਵਾਲਾ ਭਾਵ ਹੈ। ਉਸ ਦਰਸ਼ਨ ਨਾਲ ਉਹਨਾਂ ਦੇ ਜੀਵਨ 'ਚ ਪਰਿਵਰਤਨ ਹੋਇਆ। ਪਰ ਜਿਨ੍ਹਾਂ ਦੇ ਅੰਦਰ ਭਾਵਨਾ, ਪ੍ਰੇਮਾ, ਭਗਤੀ, ਸ਼ਰਧਾ, ਉਹਨਾਂ ਵਾਸਤੇ ਮਹਾਰਾਜ ਕਹਿੰਦੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਓਮ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਦਰਸ਼ਨ ਦਾ ਫਰਕ ਹੈ ਨਾ। ਦੇਖਦਾ ਤਾਂ ਬੈਰੀ ਵੀ ਹੈ, ਪਰ ਉਹ ਬੈਰ ਭਾਵਨਾ, ਪ੍ਰੇਮੀ ਜਿਹੜਾ ਉਹਦੇ ਅੰਦਰ ਸ਼ਰਧਾ, ਉਹ ਤਾਂ ਗੁਰੂ ਤੇ ਆਪਣਾ ਆਪ ਕੁਰਬਾਨ ਕਰ ਦਿੰਦਾ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਕਿਉਂ ਹੋਇਆ? ਅਗਿਆਨਤਾ ਦਾ ਜਿਹੜਾ ਹਨੇਰਾ ਸੀ, ਸਾਰੇ ਛਾਇਆ ਹੋਇਆ ਸੀ, ਔਰ ਜੋਗੀਆਂ ਦਾ ਜ਼ੋਰ ਸੀ। ਕਾਜੀ ਮੌਲਵੀ ਉਹਨਾਂ ਦੀ ਉਸ ਵੇਲੇ ਚੱਲਦੀ ਸੀ, ਝੂਠੇ ਨਿਆਂ ਕਰਦੇ ਸਨ, ਔਰ ਜਿਹੜੇ ਪੰਡਤ ਲੋਕ ਸਨ, ਵੱਟਾਂ ਬਣਾਈਆਂ ਸੀ, ਸੱਚ ਕਿਨਾਰੇ ਰਹਿ ਗਿਆ, ਕਹਿ ਮਰਦੇ ਬਾਹਮਣ ਮੌਲਾ ਨੇ। ਸੱਚ ਤਾਂ ਪਾਸੇ ਰਾਤਾ, ਬਸ ਆਪੋ ਆਪਣੇ ਪੱਖ ਬਣਾ ਕੇ, ਜਿਵੇਂ ਬਾਂਸ ਨਾ ਬਾਂਸ ਰਗੜ ਖਾ ਕੇ ਅੱਗ ਪੈਦਾ ਹੁੰਦੀ ਨਾ, ਜੰਗਲ ਤਬਾਹ ਹੁੰਦਾ, ਇਸ ਤਰ੍ਹਾਂ ਲੋਕਾਂ ਦੇ ਅੰਦਰ ਇਹ ਈਰਖਾ ਦੀ ਅੱਗ ਐਸੀ ਭੜਕਾਈ ਹੋਈ ਸੀ। ਤੇ ਜਿਹੜੇ ਰਾਜੇ ਸੀ, ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਏ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਦੇਣ ਗਵਾਹੀ। ਉਹ ਜਿਵੇਂ ਇੱਕ ਜਲਾਹੇ ਦਾ ਤੇ ਕਿਰਸਾਨ ਦਾ ਵਿਵਾਦ ਝਗੜਾ ਹੋ ਗਿਆ। ਉਹ ਜਿਹੜਾ ਜਲਾਹਾ ਸੀ, ਉਹਨੂੰ ਬੜੀ ਸੋਹਣੀ ਪੱਗ ਬਣਾਈ, ਕਾਜੀ ਨੂੰ ਕਹਿੰਦਾ ਵੀ ਮੇਰੇ ਪੱਖ 'ਚ ਨਿਆਂ ਕਰਿਓ। ਉਹ ਕਿਰਸਾਨ ਨੇ ਲਿਆ ਕੇ ਬੈਲ ਚੜ੍ਹਾ ਦਿੱਤਾ, ਤੇ ਜਦੋਂ ਹੁਣ ਬੈਲ ਚੜ੍ਹਾਇਆ ਸੀ ਤੇ ਫਿਰ ਪੱਗ ਵਾਲੇ ਦਾ ਨਿਆਂ ਕਿੱਥੋਂ ਹੋਵੇ? ਉਹ ਹੁਣ ਜਿਹੜੇ ਉਹਦੇ ਕਿਰਸਾਨ ਦੇ ਹੱਕ 'ਚ ਉਹਨੇ ਫੈਸਲਾ ਦਿੱਤਾ, ਉਹ ਘੜੀ ਮੁੜੀ ਆਪਣੀ ਪੱਗ ਨੂੰ ਹੱਥ ਲਾਵੇ, ਮੈਂ ਤੈਨੂੰ ਪੱਗ ਦਿੱਤੀ ਸੀ। ਹਾਂਜੀ, ਉਹ ਕਹਿੰਦੇ ਵੀ ਤੇਰੀ ਪੱਗ ਨੂੰ ਕਿਰਸਾਨ ਦਾ ਬੈਲ ਖਾ ਗਿਆ। ਇਸ ਤਰ੍ਹਾਂ ਦਾ ਨਿਆਂ ਕਰਦੇ ਸੀ। ਤੇ ਇੱਕ ਵਾਰੀ ਉਹ ਤੇਲੀ ਦੇ ਬੌਲਦ ਨੂੰ ਉਹ ਕਿਰਸਾਨ ਦੇ ਬੈਲ ਨੇ ਮਾਰਿਆ। ਉਹ ਕਿਰਸਾਨ ਸਿਆਣਾ ਸੀ, ਕਹਿੰਦੇ ਵੀ ਕਾਜੀ ਕੋਲ ਜਾਣਾ। ਉਹ ਕਹਿੰਦੇ ਮਾਰਾ ਵੀ ਜੇ ਕੋਈ ਬੌਲਦ ਕਿਸੇ ਬੌਲਦ ਨੂੰ ਮਾਰੇ, ਇਹਦੇ ਬਾਰੇ ਕਹਿੰਦੇ ਪਸ਼ੂ ਕਿਹੜਾ ਸਿਖਾਲਿਆ ਹੁੰਦਾ ਕਿਸੇ ਨੇ, ਇਹਦੇ 'ਚ ਕੀ ਦੋਸ਼? ਜਦ ਨੂੰ ਉਹ ਸਾਧ ਸੰਗਤ ਜੀ ਤੇ ਉਹ ਮੁੰਡਾ ਉਹਦਾ ਆ ਗਿਆ, ਮਹਾਰਾਜ ਸਾਡੇ ਬੈਲ ਨੂੰ ਮਾਰਿਆ, ਤੇਲੀ ਦੇ ਬੈਲ ਨੇ। ਹਾਂਜੀ, ਕਹਿੰਦੇ ਅੱਛਾ, ਉਹਦਾ ਸੁੱਕਾ ਚਲ ਗਿਆ। ਕਹਿੰਦੇ ਲਿਆਓ ਬੁਲਾ ਕੇ, ਬੁਲਾ ਲਿਆਂਦਾ। ਕਹਿੰਦੇ ਲੈ ਵੀ ਮੈਂ ਤਾਂ ਲਾਲ ਕਿਤਾਬ ਕਾਨੂੰਨ ਦੀ ਦੇਖੀ ਨਾ। ਉਹ ਚਾਰ ਪੱਤਰੇ ਜਿਹੇ ਫਰੋਲੇ, ਕਹਿਣ ਲੱਗਾ ਲਾਲ ਕਿਤਾਬ ਆਖੈ ਇਉਂ, ਤੇਲੀ ਬਲਦ ਪੜ੍ਹਾਇਆ ਕਿਉਂ, ਖਲ ਖਲਾਏ ਕੀਆ ਮਸਟੰਡ, ਬੈਲ ਕਾ ਬੈਲ ਤੇ 30 ਰੁਪਏ ਡੰਡ। ਇਹੋ ਜਿਹਾ ਨਿਆਂ ਕਰਦੇ ਸੀ। ਵੱਡੀ ਲੈ ਕੇ ਦਿਨ ਗਵਾਹੀ ਦੁਰਮਤ ਕਾ ਗਲ ਫਾਇ। ਅੱਜ ਵੀ ਤਾਂ ਇਹੀ ਕੁਛ ਹੈ। ਅੱਜ ਜਿਹੜਾ ਵਰਤਾਰਾ ਕਲਯੁਗ ਵਿੱਚ ਐਸਾ ਹੀ ਚੱਲ ਰਿਹਾ। ਪਰ ਧੰਨ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਸੀ, ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ, ਗੁਰ ਪੀਰ ਹਮ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਪਿਸ ਨਾ ਪਾਈਏ, ਛੂਟੈ ਸੱਚ ਕਮਾਏ। ਹੱਕ ਹਲਾਲ ਦੀ ਜਿਹੜੀ ਕਮਾਈ, ਧਰਮ ਦੀ ਕਿਰਤ ਨੂੰ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਸੀ। ਫਿਰ ਇਹਦੇ 'ਚੋਂ ਵੀ ਵੰਡ ਕੇ ਛਕਣ ਦਾ, ਫਿਰ ਨਾਮ ਜਪਣ ਦਾ। ਸੋ ਇਸ ਵਾਸਤੇ ਇਹ 3 ਸੂਤਰੀ ਹੈ ਗੁਰੂ ਨਾਨਕ ਪਾਤਸ਼ਾਹ ਦੀ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ।
ਅੱਜ 549ਵਾਂ ਮਹਾਰਾਜ ਦਾ ਗੁਰਪੁਰਬ ਜਿਹੜਾ ਉਹ 21, 22 ਅਤੇ 23 ਤੁਸੀਂ ਨਗਰ ਵਾਲਿਆਂ ਨੂੰ ਵੀ ਮਨਾਉਣਾ, ਅਤੇ ਗੁਰਦੁਆਰਾ ਬੇਰ ਸਾਹਿਬ ਅਤੇ ਨਨਕਾਣਾ ਸਾਹਿਬ ਮਹਾਰਾਜ ਦੇ ਅਵਤਾਰ ਸਥਾਨ 'ਤੇ ਸਾਰੇ ਵਿਸ਼ਵ ਭਰ ਵਿੱਚ ਇਹ ਬਹੁਤ ਹੀ ਹਰਮਨ ਪਿਆਰਾ ਗੁਰਪੁਰਬ ਹੈ। ਹਰ ਸਥਾਨ 'ਤੇ ਮਨਾਇਆ ਜਾਂਦਾ। ਅਗਲੇ ਸਾਲ 550 ਸਾਲ ਹੋਣੇ ਉਹ ਗੁਰਪੁਰਬ ਵਾਸਤੇ ਬੜੀਆਂ ਤਿਆਰੀਆਂ ਹੁਣ ਤੋਂ ਹੀ ਸੰਸਥਾਵਾਂ ਨੇ ਆਰੰਭੀਆਂ ਹੋਈਆਂ। ਸੋ ਆਓ ਸਤਿਗੁਰੂ ਜੀ ਦੀ ਬਾਣੀ ਦੇ ਵਿਚਾਰ ਸਰਵਣ ਕਰੀਏ। ਇਹ ਆਪ ਜੀ ਦਾ ਉੱਦਮ ਬੜਾ ਸ੍ਰੇਸ਼ਟ ਹੈ, ਕਿਉਂਕਿ ਇਸ ਵੇਲੇ ਆ ਕਬਰਾਂ ਦੇ ਉੱਤੇ ਬੜੇ ਮੇਲੇ ਲੱਗਦੇ, ਮੜੀਆਂ ਦੀ ਬੜੀ ਪੂਜਾ ਵੱਧ ਗਈ ਹੈ, ਔਰ ਉੱਥੇ ਲੱਚਰ ਗੀਤ ਗਾਏ ਜਾਂਦੇ। ਪਰ ਜਿਹੜਾ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਆ, ਨਾਮ ਦਾ ਅਭਿਆਸ ਹੈ, ਸ਼ਬਦ ਦੀ ਵਿਚਾਰ ਆ, ਇਹ ਸਾਨੂੰ ਉਸ ਨਿਰੰਕਾਰ ਨਾਲ ਜੋੜਦੀ ਹੈ। ਉੱਥੇ ਥੋੜ੍ਹੇ ਸਮੇਂ ਹਾ ਹੂ ਤਾਂ ਹੋ ਜਾਂਦੀ ਹੈ, ਪੱਲੇ ਕੁਝ ਨਹੀਂ ਪੈਂਦਾ। ਪਰ ਜਿਹੜੀ ਬਾਣੀ ਹੈ, ਮਹਾਰਾਜ ਕਹਿੰਦੇ ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਨਿਜ ਘਰ ਵਾਸਾ ਹੋਏ। ਇਸ ਵਾਸਤੇ ਜਿਹੜੀ ਬਾਣੀ ਹੈ, ਗੁਰਬਾਣੀ, ਜਦੋਂ ਇਹਦੀ ਵਿਚਾਰ ਕਰਾਂਗੇ ਸਾਨੂੰ ਆਪਣੇ ਸਵੈੰਗ ਸਰੂਪ ਦੀ ਲਖਤਾ ਹੋਏਗੀ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਤੇ ਕਿੱਧਰ ਜਾਣਾ ਹੈ। ਅੱਜ ਇਨਸਾਨ ਗਲਤ ਪਾਸੇ ਕਿਉਂ ਤੁਰ ਰਿਹਾ? ਨਸ਼ਿਆਂ ਦੀ ਪ੍ਰਧਾਨਤਾ, ਬੇਸ਼ਾਂ ਦੀ ਪ੍ਰਧਾਨਤਾ, ਹੋਰ ਬੜੀ ਤਰ੍ਹਾਂ ਦੇ ਦੋਸ਼ ਪੈਦਾ ਹੋ ਰਹੇ ਹੈ ਸਮਾਜ ਦੇ ਅੰਦਰ। ਈਰਖਾ, ਵਕੀਲੀ, ਨਫ਼ਰਤ, ਝਗੜੇ, ਧੜੇਬੰਦੀ, ਫੁੱਟ ਦਾ ਵਾਤਾਵਰਨ, ਇਹ ਬਾਣੀ ਨੂੰ ਟੁੱਟਣ ਕਰਕੇ ਹੈ। ਅਤੇ ਜੇ ਬਾਣੀ ਦਾ ਆਸਰਾ ਲਈਏ, ਪਾਹੇ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ, ਨਾਨਕ ਗੁਰ ਤੇ ਥਿਤ ਪਈ, ਫਿਰ ਨ ਮਿਟੈ ਨਿਤ ਨੀਤ। ਫਿਰ ਤਾਂ ਟੂਟੇ ਬੰਧਨ ਜਾ ਸਕੇ, ਵਾ ਸਾਧੂ ਸੰਗ, ਜੋ ਰਾਤੇ ਰੰਗ ਏਕ ਹੈ, ਨਾਨਕ ਗੂੜਾ ਰੰਗ। ਤੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇਖੋ ਸੁਲਤਾਨਪੁਰ ਨਗਰ ਵਿੱਚ ਕਿੰਨਾ ਚਿਰ ਚਰਨ ਪਾਏ, ਅਤੇ ਇੱਥੋਂ ਚੜ੍ਹਿਆ ਸੋਧਣ ਧਰਤ ਲਗਾਈ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਬਿਠਾਇਆ। ਉਹਨਾਂ ਨੇ ਸ਼ਬਦ ਦੀ ਟੇਕ ਨਾਲ ਜਦੋਂ ਸਮੇਰ ਪਰਬਤ 'ਤੇ ਗਏ, ਉਹਨੇ ਪੁੱਛਿਆ ਇੱਥੇ ਤਾਂ ਕੋਈ ਆ ਨਹੀਂ ਸਕਦਾ, ਤੁਸੀਂ ਕਿਵੇਂ, ਤੁਹਾਡੇ ਕੋਲ ਕਾਹਦੀ ਬਰਕਤ ਆ? ਕਹਿੰਦੇ ਸਾਡੇ ਕੋਲ ਤਾਂ ਭਾਈ ਸ਼ਬਦ ਦੀ ਬਰਕਤ ਆ। ਇਹ ਸ਼ਬਦ ਦੀ ਬਰਕਤ ਨਾਲ ਸ਼ਬਦ ਜਿੱਟੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਰਾਲਾ। ਸ਼ਬਦ ਦੀ ਬਰਕਤ ਨਾਲ, ਸ਼ਬਦ ਦੀ ਬਰਕਤ ਨਾਲ ਗੜ੍ਹ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ। ਸ਼ਬਦ ਦੀ ਵਿਚਾਰ ਹੋਈ, ਗਿਆਨ ਚਰਚਾ ਹੋਈ, ਉਹਨਾਂ ਦੇ ਪ੍ਰਸ਼ਨ ਸੁਣੇ, ਉਹਨਾਂ ਦੇ ਉੱਤਰ ਦਿੱਤੇ। ਅਤੇ ਜਦੋਂ ਮਹਾਰਾਜ ਨੇ ਉਹਨਾਂ ਦੀਆਂ ਸ਼ੰਕਾ ਦੂਰ ਕੀਤੀਆਂ ਤਾਂ ਬੜੇ ਬੜੇ ਪੀਰ ਵੀ ਮਹਾਰਾਜ ਦੇ ਦਾਸ ਬਣ ਗਏ। ਹਾਂਜੀ। ਔਰ ਬਹਾਵਲ ਹੱਕ ਬਹਾਓ ਦੀਨ ਫਜ਼ਲ ਹੱਕ। ਫਿਰ ਦੇਖ ਲਓ ਬੜੇ ਬੜੇ ਜਿੰਨੇ ਪੀਰ ਸੀ ਮਹਾਰਾਜ ਦੇ ਦਾਸ ਬਣ ਗਏ। ਮਲਤਾਨ 'ਚ ਗਏ, ਉਹਨਾਂ ਨੇ ਕੀ ਕੀਤਾ? ਉਹ ਦੁੱਧ ਦਾ ਕਟੋਰਾ ਭਰ ਲਿਆ, ਇੱਥੇ ਤਾਂ ਅੱਗੇ ਹੀ ਪੀਰੀ ਪੋਰਿਆ, ਤੁਸੀਂ ਗੱਲ ਆ ਗਏ। ਅਤੇ ਮਹਾਰਾਜ ਨੇ ਚੰਬੇਲੀ ਦਾ ਫੁੱਲ ਉੱਤੇ ਰੱਖਤਾ। ਕਹਿੰਦੇ ਪੀਰੋ ਜਿਵੇਂ ਫੁੱਲ ਨਿਰਲੇ ਪਿਆ ਨਾ, ਦੁੱਧ 'ਤੇ ਡੁੱਲਿਆ ਵੀ ਨਹੀਂ, ਇਸ ਤਰ੍ਹਾਂ ਤੁਹਾਡੇ 'ਚ ਰਹਾਂਗੇ, ਤੁਹਾਨੂੰ ਕੋਈ ਕਲੇਸ਼ ਨਹੀਂ ਦਿਆਂਗੇ। ਜਿਵੇਂ ਫੁੱਲ ਨੇ ਵਿੱਚ ਸੁਗੰਧੀ ਭਰ ਦਿੱਤੀ ਹੈ, ਤੁਹਾਡੇ ਵਿੱਚ ਇਹ ਨਫ਼ਰਤ ਦੀ ਦੁਰਗੰਧੀ ਹੈ। ਧਰਮ ਦੇ ਠੇਕੇਦਾਰ ਤੱਕ ਹੋਣੇ ਆ, ਪਰ ਤੁਹਾਡੇ 'ਚ ਨਾਮ ਬਾਣੀ ਦੀ ਸੁਗੰਧੀ ਭਰਾਂਗੇ। ਗੱਜ ਕੇ ਬੋਲੋ ਸ੍ਰੀ ਵਾਹਿਗੁਰੂ ਜੀ। ਦੇਖੋ ਮਹਾਰਾਜ ਦੇ ਕਿਸ ਢੰਗ ਦੇ ਨਾਲ। ਸੋ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਦਾ ਕੈਸਾ ਸੁੰਦਰ ਉਪਦੇਸ਼ ਹੈ। ਕਿਹੜੇ ਢੰਗ ਨਾਲ ਦੇ ਲੋਕ ਉੱਥੇ ਗੰਗਾ ਗਏ, ਉਹ ਪਾਣੀ ਪੂਰਬ ਨੂੰ ਝਟੀ ਜਾਣ। ਮਹਾਰਾਜ ਪਛੂ ਨੂੰ ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਤੁਸੀਂ ਦੱਸੋ। ਕਹਿੰਦੇ ਸੂਰਜ ਰਾਹੀਂ ਅਸੀਂ ਪਿਤਰਾਂ ਨੂੰ ਪਹੁੰਚਾਉਂਦੇ ਹਾਂ। ਕਹਿੰਦੇ ਸਾਡੀ ਭਾਈ ਖੇਤੀ ਸੁੱਕਦੀ ਹੈ, ਕਿੰਨੀ ਦੂਰ ਆਖੇ ਇੰਨੇ ਕੁ ਮੀਲ। ਕਹਿੰਦੇ ਉੱਥੇ ਕਿਵੇਂ ਪਹੁੰਚੂ? ਕਹਿੰਦੇ ਤਾਂ ਗਿਣਤੀ ਦੇ ਮੀਲ ਆ, ਉਹ ਲੱਖਾਂ ਕੋ ਉੱਥੇ ਕਿਵੇਂ ਪਹੁੰਚੂ?
ਉਹ ਦਲੀਲ ਦੇ ਨਾਲ ਉਹਨਾਂ ਨੂੰ ਕਨਵਿੰਸ ਕਰਕੇ ਨਾਮ ਬਾਣੀ ਨਾਲ ਮਹਾਰਾਜ ਨੇ ਜੋੜਿਆ ਸੀ। ਸੋ ਇਸ ਕਰਕੇ ਇਹ ਜਿਹੜੀ ਵਿਚਾਰ ਹੈ ਐਸੀ ਵੱਡੀ ਹੈ। ਕਈ ਵਾਰੀ ਬੇਨਤੀ ਕੀਤੀ, ਹੁਣ ਸਾਡੇ ਬੱਚੇ ਬੱਚੀਆਂ ਤਕਰੀਬਨ ਸਾਰੇ ਪੜ੍ਹ ਲਿਖ ਗਏ ਆ, ਇੰਟਰਨੈਟਾਂ 'ਤੇ ਬੜਾ ਗਿਆਨ ਮਿਲ ਜਾਂਦਾ। ਔਰ ਬੜੇ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਸਿੱਖੀ ਤੋਂ ਧੜਾ ਧੜ ਪਤਿਤ ਹੋ ਰਹੇ ਹਾਂ। ਰੋਮਾਂ ਦੀ ਬੇਅਦਬੀ ਬੜੀ ਵੱਧ ਗਈ ਹੈ। ਫੈਸ਼ਨਾਂ, ਨਸ਼ਿਆਂ, ਵੇਸ਼ਿਆਂ ਵਿੱਚ ਗਲਤਾਨ ਹੁੰਦੇ ਜਾ ਰਹੇ ਹਾਂ। ਸਿੱਖੀ ਸਾਡੇ ਘਰਾਂ 'ਚੋਂ ਨਿਕਲਦੀ ਜਾ ਰਹੀ ਹੈ। ਪੜ੍ਹ ਲਿਖ ਕੇ ਤਾਂ ਇਹ ਸੀ ਕਿ ਦੁਨੀਆਂ ਨੂੰ ਆਪਣੀ ਵਿਦਿਆ ਗਿਆਨ ਨਾਲ ਕਨਵਿੰਸ ਕਰਕੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਾਉਣਾ। ਪਰ ਉਹ ਪੜ੍ਹਾਈ ਪੜ੍ਹ ਕੇ ਅਸੀਂ ਆਪ ਵੀ ਸਿੱਖੀ ਛੱਡ ਦਿੱਤੀ। ਪਾਤਸ਼ਾਹ ਦਾ ਹੁਕਮ ਸੀ ਨਾ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹੁਣ ਭਾਈ ਗੁਰਦਾਸ ਸਾਹਿਬ ਕਾਸ਼ੀ ਗਏ, ਉੱਥੇ ਦਾ ਰਾਜਾ ਵੀ ਬੜੇ ਬੜੇ ਪੰਡਤਾਂ ਨੂੰ ਵੀ ਮਹਾਰਾਜ ਦੇ ਸੇਵਕ ਬਣਾਤਾ। ਭਾਈ ਕਲਿਆਣਾ ਜੀ, ਭਾਈ ਮਾਧੋ ਜੀ, ਭਾਈ ਬਲਾਕੀ ਦਾਸ, ਕਿੱਥੇ ਕਿੱਥੇ ਮਹਾਰਾਜ ਨੇ ਇਹਨਾਂ ਨੂੰ ਭੇਜਿਆ। ਦੁਆ ਇਲਾਕਿਆਂ 'ਚ ਜਾ ਜਾ ਕੇ ਗੁਰਮਤਿ ਦੇ ਪ੍ਰਚਾਰ ਕਰ ਕਰਕੇ ਕਿਵੇਂ ਉਹ ਸਿੱਖੀ ਨੂੰ ਜੋੜਿਆ। ਇਸ ਵਾਸਤੇ ਵਿਦਿਆ ਪੜ੍ਹਨੀ ਬੜੀ ਚੰਗੀ ਹੈ, ਨਾਲ ਆਪਣੇ ਧਰਮ ਦਾ ਗਿਆਨ ਹੋਣਾ ਅਤੇ ਆਪ ਵੀ ਗੁਰਸਿੱਖ ਬਣਨਾ, ਖੰਡਿਓ ਅੰਮ੍ਰਿਤ ਛਕਣਾ, ਦੂਜਿਆਂ ਨੂੰ ਪ੍ਰੇਰ ਕੇ ਵੀ ਗੁਰੂ ਵਾਲੇ ਬਣਾਉਣਾ। ਫਿਰ ਸਾਡੀ ਵਿਦਿਆ ਸਫਲ ਹੈ। ਨਹੀਂ ਤਾਂ ਫਿਰ ਪੜ੍ਹਿਆ ਮੂਰਖ ਆਖੀਐ, ਚਾਟੜਿਆ ਮਤ ਦੇ ਜਿਸ ਲੱਭ ਲੋਭ ਅਹੰਕਾਰਾ। ਅਤੇ ਜੇ ਪੜ੍ਹ ਕੇ ਫਿਰ ਆਪਾਂ ਗਿਆਨ ਧਿਆਨ ਪ੍ਰਾਪਤ ਨਹੀਂ ਕੀਤਾ, ਫਿਰ ਪਹਿਲੋਂ ਦੇ ਗੱਲ ਫਾਹਾ ਪਾਦੇ, ਪਿੱਛੋਂ ਦੇ ਗੱਲ ਚਾਟੜਿਆ। ਇਸ ਵਾਸਤੇ ਸਾਧ ਸੰਗਤ ਜੀ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਦੀ ਬਾਣੀ। ਪੰਜਵੇਂ ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਅਬਿਨਾਸੀ ਜੀਵਨ ਕੋ ਦਾਤਾ। ਬਨਾਸੀ ਅੱਖਰ ਦੇ ਮੂਹਰੇ ਐੜਾ ਲਾਤਾ, ਬਣ ਗਿਆ ਅਬਨਾਸੀ। ਬਨਾਸੀ ਦਾ ਮਤਲਬ ਜਿਹੜਾ ਨਾਸ ਹੋ ਜਾ। ਜਿਹੜੇ ਐੜਾ ਲੱਗ ਗਿਆ, ਜਿਹੜਾ ਕਦੀ ਨਾਸ ਨਾ ਹੋਵੇ। ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੈ ਜਾਏ। ਸਦਾ ਹੀ ਰਹਿਣ ਵਾਲਾ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਅਬਨਾਸੀ ਐਸਾ ਜਿਹੜਾ ਪਰਮੇਸ਼ਰ ਜੀਵਨ ਨੂੰ ਕੋ ਦਾਤਾ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਸਿਮਰਤ ਸਭ ਮਲ ਖੋਈ। ਉਸ ਨਿਰੰਕਾਰ ਦਾ ਸਿਮਰਨ ਕਰਨਾ। ਇਹ ਜਿਹੜੇ ਅੰਤਿਸ਼ਕਰ ਨੂੰ ਤਿੰਨ ਦੋਸ਼ ਲੱਗੇ ਹੈ, ਮਲ ਹੈ, ਬਖਸ਼ੇਪ ਹੈ ਅਤੇ ਅਵਾਰਣ ਹੈ। ਮਲ ਦੋਸ਼ ਹੈ, ਜਿਹੜੇ ਬਹੁਤੇ ਪਾਪ ਵੱਧ ਜਾਂਦੇ, ਹਿਰਦਾ ਗੰਦਾ ਹੋ ਜਾਂਦਾ, ਸਾਰੀ ਇੰਦਰੀਏ। ਹੁਣੇ ਰਸਨ ਦੀ ਗੱਲ ਚੱਲੀ ਸੀ, ਕਿਵੇਂ ਮੈਲੀ ਹੁੰਦੀ ਹੈ। ਔਰ ਇਸੇ ਤਰ੍ਹਾਂ ਜਿਹੜਾ ਫਿਰ ਮਨ ਦੀ ਚੰਚਲਤਾ, ਇਹਨੂੰ ਬਖੇਪ ਕਹਿੰਦੇ। ਟਿਕਾਏ ਨਾ ਹੋਣਾ, ਬਿਰਤੀ ਟਿਕਣੀ ਨਾ। ਚੰਚਲ ਮਨ ਜਿਹੜਾ ਜਿਵੇਂ ਦੀਵੇ ਦੀ ਲਾਟ ਹੈ, ਪਿੱਪਲ ਦੇ ਪੱਤੇ ਵਾਂਗੂ, ਭੂਤਾਂ ਦੀ ਅੱਗ ਵਾਂਗੂ, ਕਛੂ ਦੀ ਸਿਰੀ ਵਾਂਗੂ, ਸੱਪ ਦੇ ਡੰਗ ਵਾਂਗੂ, ਹਾਥੀ ਵਾਂਗੂ ਮਤਵਾਲਾ, ਮੰਦਰ ਦੀ ਜਿਵੇਂ ਝੰਡੀ ਟਿਕਦੀ ਨਹੀਂ, ਆਕਾਸ਼ ਦੀ ਬਿਜਲੀ, ਦਾਮਨੀ ਚਮਤਕਾਰ, ਕਿਉਂ ਵਰਤਾਰਾ ਜਗ ਕੇ। ਇਸ ਤਰ੍ਹਾਂ ਬਿਰਤੀ ਚੰਚਲ ਰਹਿੰਦੀ ਹੈ, ਉਹਨੂੰ ਬਖੇਪ ਕਹਿੰਦੇ ਆ। ਇਹ ਦੂਆ ਦੋਸ਼। ਤੀਸਰਾ, ਬੁੱਧੀ ਦੇ ਉੱਤੇ ਅਵਰਣ ਪੜਦਾ। ਨਾ ਤਾਂ ਸਾਨੂੰ ਆਪਣੀ ਆਤਮਾ ਨਜ਼ਰ ਆਉਂਦੀ ਹੈ, ਨਾ ਦੂਏ ਦੀ ਨਜ਼ਰ ਆਉਂਦੀ। ਅਤੇ ਜਿਹੜਾ ਮੈਲ, ਇਹ ਮੈਲ ਦੋਸ਼ ਹੈ। ਜਦੋਂ ਅਸੀਂ ਬਿਲਕੁਲ ਨਿਸ਼ਕਾਮ ਹੋ ਕੇ ਕੋਈ ਸੇਵਾ ਕਰਦੇ ਹਾਂ, ਫਿਰ ਇਹ ਦੋਸ਼ ਦੂਰ ਹੁੰਦਾ। ਅਤੇ ਜਦੋਂ ਅਸੀਂ ਇਕਾਗਰ ਚਿੱਤ ਹੋ ਕੇ ਬਾਣੀ ਪੜ੍ਹਦੇ, ਨਾਮ ਦਾ ਅਭਿਆਸ ਕਰਦੇ ਹਾਂ, ਫਿਰ ਇਹ ਚੰਚਲਤਾ ਦਾ ਦੋਸ਼ ਦੂਰ ਹੁੰਦਾ। ਫਿਰ ਜਦੋਂ ਅਸੀਂ ਬਾਣੀ ਦਾ ਗਿਆਨ ਪ੍ਰਕਾਸ਼ ਪ੍ਰਾਪਤ ਕਰਦੇ ਹਾਂ, ਉਹ ਬੁੱਧੀ 'ਤੇ ਜਿਹੜਾ ਮਾਇਆਵੀ ਅਵਰਨ ਪੜਦਾ ਦੂਰ ਹੁੰਦਾ। ਫਿਰ ਸਾਨੂੰ ਆਪਣੇ ਸਵੈੰਗ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ। ਇਹ ਸਾਰੀ ਬਰਕਤ ਕਿੱਥੋਂ ਮਿਲਦੀ ਹੈ? ਸਿਮਰਤ ਸਭ ਮਲ ਖੋਈ। ਉਹਦਾ ਸਿਮਰਨ ਕਰਨਾ, ਸਾਰੀਆਂ ਮੈਲਾਂ ਜਿੰਨੀਆਂ ਵੀ ਤਨ ਕਰਕੇ ਮਨ ਕਰਕੇ ਲੱਗੀਆਂ, ਉਹ ਸਾਰੀਆਂ ਰਸਨਾ ਕਰਕੇ ਸਾਰੀਆਂ ਖੋਈ ਮੈਨੇ।
ਨਾਸ ਹੋ ਜਾਂਦੀਆਂ ਹਨ। ਗੁਣ ਨਿਧਾਨ ਭਗਤਨ ਕੋ ਬਰਤਨ। ਉਹ ਜਿਹੜਾ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਹੈ, ਗੁਣਾਂ ਦਾ ਨਿਧਾਨ ਖਜ਼ਾਨਾ ਹੈ, ਭਗਤਾਂ ਵਾਸਤੇ ਇਹ ਬਰਤਨ ਬਾਲੇਵਾ ਹੈ। ਸੋ ਇਸ ਵਾਸਤੇ ਉਹ ਸਾਡੇ ਮਹਾਂਪੁਰਖਾਂ ਦੇ ਸਥਾਨ 'ਤੇ ਇੱਕੋ ਲੱਕੜ ਦਾ ਕੁੱਜਾ ਹੁੰਦਾ ਸੀ। ਗੋਲਕ ਤਾਂ ਕੋਈ ਹੈ ਨਾ ਸੁਣਾ ਕੋਈ ਜਾਂਦਾ ਸੀ, ਉਹ ਜਨਵਾਣਾ ਸੇਵਾ ਉਹਦੇ 'ਚ ਪਾ ਦੇਣੀ। ਅਤੇ ਬਾਬਾ ਸਾਹਿਬ ਸਿੰਘ ਜੀ ਲੰਗਰੀ ਹੁੰਦੇ ਸੀ, ਅਤੇ ਉਹਨਾਂ ਦੇ ਕੋਲ ਹੁੰਦਾ ਸੀ। ਅਤੇ ਇੱਕ ਕੋਈ ਸੇਵਾਦਾਰ ਸੀ, ਉਹਨਾਂ ਵਿੱਚੋਂ ਕਿਤੇ ਹੱਥ ਹੁੱਥ ਫੇਰ ਲੈਣਾ। ਉਹ ਬਾਬਾ ਜੀ ਨੂੰ ਕਹਿਣ ਲੱਗੇ, ਮਹਾਰਾਜ ਇਸ ਤਰ੍ਹਾਂ ਉਹ ਵਿੱਚੋਂ ਹੱਥ ਫੇਰ ਜਾਂਦਾ। ਉਹ ਕਹਿੰਦੇ ਨਾ ਭਾਊ, ਇਹ ਤਾਂ ਉਹਨਾਂ ਕੇ ਭਰਿਆ ਆਇਆ ਹੁੰਦਾ, ਗੱਜ ਕੇ ਬੋਲੋ ਸ੍ਰੀ ਵਾਹਿਗੁਰੂ। ਉਹ ਮਹਾਰਾਜ ਦਾ ਖਜ਼ਾਨਾ, ਇਹ ਤਾਂ ਆਉਣਾ ਹੁੰਦਾ ਨਹੀਂ, ਪਰ ਜਿਹੜਾ ਗਲਤੀ ਕਰਦਾ ਉਹਨੂੰ ਉਹਦਾ ਫਲ ਭੋਗਣਾ ਪਏਗਾ। ਇਹ ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਨਾ ਭਗਤਾਂ ਵਾਸਤੇ ਬਰਤਨ ਵਾਲੇਵਾ ਹੈ। ਹਾਂਜੀ, ਕਿਉਂਕਿ ਭਗਤਾਂ ਕੋਲ ਇਹ ਨਾਮ ਦਾ ਖਜ਼ਾਨਾ, ਜਿਹਦੀ ਬਰਕਤ ਨਾਲ ਹੁਣ ਦੇਖੋ ਤੁਹਾਡੇ ਇਲਾਕੇ 'ਚ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਹੋਏ, ਅਤੇ ਸੰਤ ਪੰਡਿਤ ਨੇਚਲ ਸਿੰਘ ਜੀ ਜਗਾਦਰੀ ਵਾਲੇ, ਉਹ ਤਖਤ ਪਟਨਾ ਸਾਹਿਬ ਸੇਵਾ ਕਰਾਉਂਦੇ ਸੀ। ਉੱਥੇ ਪ੍ਰਬੰਧਕਾਂ ਦੇ ਨਾਲ ਉਹਨਾਂ ਦਾ ਕੋਈ 6-4 ਹੋ ਗਈ, ਵਿਵਾਦ ਹੋ ਗਿਆ। ਫਿਰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖਵਾਲ ਵਾਲਿਆਂ ਨੂੰ ਬੁਲਾਇਆ, ਉਹਨੇ ਵਿੱਚ ਪੈ ਕੇ ਅਤੇ ਫਿਰ ਉਹ ਸਮਝੌਤਾ ਕਰਾਇਆ। ਅਤੇ ਉਹ ਪੰਡਿਤ ਨੇਚਲ ਸਿੰਘ ਜਗਾਦਰੀ ਨੂੰ ਕਹਿਣ ਲੱਗੇ ਵੀ ਹੁਣ ਚਲੋ ਤੁਹਾਡੀ ਇੱਜ਼ਤ ਠੀਕ ਹੈ, ਵੀ ਸਰੋਪਾ ਮਿਲ ਗਿਆ ਅਤੇ ਤੁਸੀਂ ਹੁਣ ਛੁੱਟੀ ਕਰ ਲਓ। ਜਦੋਂ ਇੱਕ ਵਾਰੀ ਸ਼ੰਕਾ ਹੋ ਜਾਏ ਫਿਰ ਤੁਰ ਪੈਂਦੀ ਆ ਗੱਲ। ਇਹ ਸੰਤ ਕਰਤਾਰ ਸਿੰਘ ਜੀ ਉਸ ਵੇਲੇ ਨੌਜਵਾਨ ਸੀ, ਅਤੇ ਮਹਾਰਾਜ ਹਰਖਵਾਲ ਵਾਲਿਆਂ ਨੇ ਇਹਨਾਂ ਦੇ ਮੁੰਡਿਆਂ ਦੇ ਦੋਨੋਂ ਹੱਥ ਹਸਤਕਮਲ ਰੱਖ ਕੇ ਅਸ਼ੀਰਵਾਦ ਦਿੱਤੀ ਕਿ ਕਰਤਾਰ ਸਿੰਘ ਕਰ ਸੇਵਾ। ਕਹਿੰਦੇ ਮਹਾਰਾਜ ਮੈਨੂੰ ਤਾਂ ਕੋਈ ਜਾਣਦਾ ਨਹੀਂ, ਕਹਿੰਦੇ 10ਵੇਂ ਪਾਤਸ਼ਾਹ ਜਾਣਨਗੇ। ਉਹ ਮਹਾਂਪੁਰਖਾਂ ਨੇ ਹਰਖਵਾਲਾਂ ਨੇ ਅਸ਼ੀਰਵਾਦ ਦੇ ਦਿੱਤੀ। ਤੁਹਾਡੇ ਸਾਹਮਣੇ ਦੇਖ ਲਓ ਕਿੰਨੀਆਂ ਕੁ ਸੇਵਾ ਉਹ ਕਰ ਗਏ। ਹੱਥੀਂ ਸੇਵਾ, ਰੋੜੀ ਆਪ ਕੁੱਟਣੀ, ਗੱਡੀ ਆਪ ਚਲਾਉਣੀ, ਟਰੈਕਟਰ ਖੇਤੀਪਤੀ ਆਪ ਕਰਨੀ, ਇਹ ਅਸ਼ੀਰਵਾਦ ਹੁੰਦੀ ਹੈ। ਉਹਨਾਂ ਕੋਲ ਇਹ ਨਾਮ ਦਾ, ਬਾਣੀ ਦਾ, ਭਗਤੀ ਦਾ ਖਜ਼ਾਨਾ ਆ ਜਾਂਦਾ। ਜਦੋਂ ਇਹ ਨਾਮ ਦਾ ਖਜ਼ਾਨਾ ਮਿਲ ਜਾਂਦਾ ਫਿਰ ਭਈ ਗਰਾਹੀ ਕਰਨ ਦੀ ਵੀ ਲੋੜ ਨਹੀਂ ਪੈਂਦੀ। ਫਿਰ ਮਹਾਰਾਜ ਅੱਗੇ ਕਿਰਪਾ ਕਰਦੇ ਹਨ। ਬਿਰਲਾ ਪਾਵੈ ਕੋਈ। ਪਰ ਇਹ ਨਾਮ ਦੇ ਖਜ਼ਾਨੇ ਨੂੰ, ਇਹਦੀ ਬਰਕਤ ਨੂੰ ਕੋਈ ਬਿਰਲਾ ਹੀ ਪਾਉਂਦਾ ਨਹੀਂ। ਰੱਬ 'ਤੇ ਯਕੀਨ ਨਾ ਵੱਜਦਾ ਕਿ ਉਹ ਵੀ ਕਿਰਪਾ ਕਰੇਗਾ, ਪਰ ਜਿਹਦਾ ਯਕੀਨ ਵੱਜ ਗਿਆ ਉਹ ਮਹਾਰਾਜ ਫਿਰ ਸਾਰੀਆਂ ਬਰਕਤਾਂ ਦੇਈ ਜਾਂਦੇ। ਜਿਵੇਂ ਦਰਿਆ 'ਚੋਂ ਜਿੰਨਾ ਪਾਣੀ ਕੱਢੀ ਜਾਓ ਉਨੀਆਂ ਲਹਿਰਾਂ ਹੋ ਰਹੀ ਜਾਂਦੀਆਂ। ਖੂਹ ਟਿਊਬਲ ਦਾ ਤਾਂ ਕਈ ਵਾਰੀ ਬੋਰ ਪਾਣੀ ਛੱਡ ਜਾਂਦੇ ਨਾ, ਪਰ ਦਰਿਆ ਮਗਰੇ ਹੋਰਾ ਤੁਰਿਆ ਆਉਂਦਾ। ਇਸ ਤਰ੍ਹਾਂ ਜਦੋਂ ਬਰਕਤ ਮਿਲ ਜਾਂਦੀ ਹੈ ਨਾ, ਉਹ ਜਿੰਨਾ ਖਰਚ ਜਾਂਦੇ ਆ, ਖਾਵ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਉਹ ਖਜ਼ਾਨਾ ਫਿਰ ਮੁੱਕਦਾ ਨਹੀਂ। ਪਾਤਸ਼ਾਹ ਕਿਰਪਾ ਕਰਦੇ ਹਨ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਇਹ ਮੇਰੇ ਮਨ, ਗੁਰੂ ਜੋ ਵੱਡੇ ਸ਼੍ਰੋਮਣੀ ਆ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ, ਗੋ ਪਿਰਥਵੀ ਦੇ ਪਾਲ ਪਾਲਕ ਰੱਖਕ ਆ, ਪ੍ਰਭੂ ਪ੍ਰਭਤਾ ਦੇ ਸੰਗ ਸੋਭਾ ਸੰਯੋਗਤ ਆ। ਤੂੰ ਉਹਨਾਂ ਦਾ ਜਾਪ ਕਰ। ਕੋਈ ਭੂਤਨਿਆਂ ਦਾ ਜਾਪ ਕਰਦਾ, ਕੋਈ ਪਿਤਰਾਂ ਦਾ ਕਰਦਾ, ਕੋਈ ਦੇਵੀ ਦਾ ਕਰ ਰਿਹਾ, ਕੋਈ ਭੈਰੋਂ ਦਾ ਕਰ ਰਿਹਾ, ਕੋਈ ਹਨੂਮਾਨ ਦਾ, ਕਈ ਆ ਕਬਰਾਂ ਦਾ, ਮੜੀਆਂ ਦਾ ਕਰੀ ਜਾਂਦੇ। ਉੱਥੇ ਜਾ ਜਾ ਕੇ ਘੁੰਮ ਰਹੇ, ਕਿਉਂਕਿ ਮੁਰਦਿਆਂ ਦੀ ਪੂਜਾ ਮੁਰਦੇ ਹੀ ਕਰਦੇ ਨਾ। ਕਿਉਂ ਸ਼ਮਸ਼ਾਨ 'ਚ ਮੁਰਦਾ ਹੀ ਜਾਏਗਾ, ਕਬਰਾਂ 'ਚ ਮੁਰਦਾ ਜਾਏਗਾ, ਅਤੇ ਅਸੀਂ ਮੁਰਦਿਆਂ ਦੀ ਪੂਜਾ ਕਰਨ ਲੱਗ ਪਏ। ਜਿਹਨੂੰ ਮਹਾਰਾਜ ਨੇ ਕਿਹਾ ਸੀ, ਗੋਰ ਮੜੀ ਮਟ ਭੂਲ ਨਾ ਮੰਨੈ, ਖਾਲਸਾ ਤਾਹੇ ਨਖਾਲਸ ਜਨ। ਸੋ ਇਸ ਵਾਸਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਐਸਾ ਜੋ ਗੋਪਾਲ ਪਿਰਥਵੀ ਦਾ ਪਾਲ ਪਾਲਕ ਰੱਖਕ ਹੈ, ਉਸ ਨਿਰੰਕਾਰ ਦਾ ਨਾਮ ਜਿਹੜਾ ਜਪੋ,
ਉਹਦੇ 'ਚ ਤੁਹਾਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੋ ਜਾਣਗੀਆਂ। ਜਾ ਕੀ ਸਰਣ ਪਿਆ ਸੁਖ ਪਾਈਐ। ਉਹਦੀ ਸ਼ਰਨ ਪੈਣਾ ਸਾਰੇ ਸੁੱਖ ਮਿਲ ਜਾਂਦੇ। ਹੁਣ ਬੁੱਧ ਨੇ 3 ਸ਼ਰਨਾਂ ਮੰਨੀਆਂ। ਉਹ ਕਹਿੰਦਾ ਬੁੱਧੰ ਸ਼ਰਨ ਗਛਾਮਿ, ਬੁੱਧਾਂ ਵਿਦਵਾਨਾਂ ਦੀ ਸ਼ਰਨ ਜਾਓ। ਸੰਗੰ ਸ਼ਰਨ, ਜਿਹੜਾ ਹੁਣ ਆਪਣੀ ਸੰਸਥਾ ਬਣੇ ਉਹਦਾ ਨਾਂ ਸੰਘ ਰੱਖਿਆ ਸੀ, ਉਹਦੀ ਸ਼ਰਨ ਜਾਓ। ਔਰ ਧਰਮੰ ਸ਼ਰਨ ਗਛਾਮਿ, ਧਰਮ ਦੀ ਸ਼ਰਨ। ਅਤੇ ਪਰਮਾਤਮਾ ਦੀ ਗੱਲ ਨਹੀਂ ਕੀਤੀ, ਪਰਮਾਤਮਾ ਦੀ ਗੱਲ ਨਹੀਂ ਕੀਤੀ, ਪਰ ਮਹਾਰਾਜ ਨੇ ਪਰਮੇਸ਼ਰ ਦੀ ਸ਼ਰਨ ਕਹੀ। ਇੱਕ ਸ਼ਰਨ ਮਾਂ ਪਿਓ ਦੀ ਹੁੰਦੀ ਹੈ, ਦੂਸਰੀ ਰਾਜੇ ਦੀ ਹੈ, ਤੀਜੀ ਦੇਵੀ ਦੇਵਤੇ ਦੀ ਹੈ, ਚੌਥੀ ਸ਼ਰਨ ਹੈ ਅਕਾਲ ਪੁਰਖ ਦੀ, ਨਿਰੰਕਾਰ ਦੀ। ਜਿਵੇਂ ਇੱਕ ਰਾਜਾ ਸੀ, ਉਹਦੇ ਪੁੱਤਰ ਨਹੀਂ ਸੀ ਹੋ ਰਿਹਾ। ਜੋਤਸ਼ੀਆਂ ਨੂੰ ਪੁੱਛਿਆ, ਉਹ ਕਹਿੰਦੇ ਕੋਈ ਆਪਣੇ ਪੁੱਤ ਦੀ ਤੇਰੇ ਨਿਮਿਤ ਦੇਵੀ ਦੇ ਮੰਦਰ 'ਚ ਬਲੀ ਦੇਵੇ, ਫਿਰ ਤੇਰੇ ਪੁੱਤ ਜੰਮ ਪਊ। ਰਾਜਾ ਹੈ ਤਾਂ ਸਿਆਣਾ ਸੀ, ਵੀ ਕਿਸੇ ਦਾ ਪੁੱਤ ਮਾਰ ਕੇ ਪੁੱਤ ਕਿੱਥੇ ਹੋਣਾ, ਪਰ ਦੇਊਗਾ ਵੀ ਕੌਣ? ਕਹਿੰਦੇ ਕਈ ਦੁੱਧ ਵੀ ਵੇਚਦੇ ਆ, ਪੁੱਤ ਵੀ ਵੇਚਦੇ। ਡੌਂਡੀ ਫੜਾ ਦੇ। ਉਹ ਡੌਂਡੀ ਫੜਾਈ ਗਈ। ਇੱਕ ਮਾਈ ਕਹਿੰਦੇ ਸੱਤ ਆ, ਸੱਤੇ ਐਵੇਂ ਢਿੱਡ ਵਜਾਉਂਦੇ ਫਿਰਦੇ ਆ ਨੰਗ ਧੜੰਗੇ, ਚਲੋ ਇੱਕ ਦੇ ਦਿੰਦੇ ਆ, ਮਾਇਆ ਮਿਲ ਜੂ, ਬਾਕੀ ਦਾ ਰੱਜ ਕੇ ਖਾਵਾਂਗੇ ਨਾ। ਉਹ ਕਹਿੰਦੇ ਲਓ ਜੀ। ਰਾਜਾ ਕਹਿਣ ਲੱਗਾ ਵੀ ਕਾਕਾ, ਤੇਰੀ ਦੇਵੀ ਦੇ ਮੰਦਰ ਬਲੀ ਦੇਣੀ ਆ, ਅਤੇ ਤੂੰ ਹੁਣ ਤਿਆਰੀ ਕਰ ਲਾ। ਉਹਨੇ 4 ਢੇਰੀਆਂ ਬਣਾਈਆਂ, ਪਹਿਲੀ ਢਾਤੀ, ਦੂਈ ਢਾਤੀ, ਤੀਜੀ, ਚੌਥੀ ਦੁਆਲੇ ਪਰਿਕਰਮਾ ਕਰਕੇ ਤੁਰ ਪਿਆ। ਲਓ ਮਹਾਰਾਜ, ਦੇਵੀ ਦੇ ਬਲੀ ਦਿਓ, ਤੁਹਾਡੇ ਪੁੱਤ ਹੋ ਜਾ। ਉਹ ਕਹਿੰਦਾ ਕਾਕਾ ਵੀ ਆਹ ਕੀ ਕੀਤਾ ਤੈਂ? 4 ਢੇਰੀਆਂ ਬਣਾਈਆਂ, ਪਹਿਲੀ ਵੀ ਢਾਈ, ਦੂਜੀ, ਤੀਜੀ, ਚੌਥੀ ਵੀ ਢਾਤੀ, ਚੌਥੀ ਨੂੰ ਪਰਿਕਰਮਾ ਕਰਕੇ ਤੁਰ ਪਿਆ, 3 ਢਾਈਆਂ ਖਿਮਾ ਕਰਨੀ। ਕਹਿੰਦੇ ਤੁਸੀਂ ਕੀ ਲੈਣਾ ਇਸ ਗੱਲ ਤੋਂ? ਕਹਿੰਦੇ ਨਹੀਂ ਦੱਸ। ਕਹਿੰਦੇ ਪਹਿਲੀ ਮਾਂ ਪਿਓ ਦੀ ਸੀ, ਉਹਨੇ ਮੈਨੂੰ ਵੇਚ ਦਿੱਤਾ, ਉਹ ਢਾਤੀ। ਬੱਚੇ ਨੂੰ ਦੁੱਖ ਆਵੇ ਤਾਂ ਮਾਂ ਪਿਓ ਨੇ ਰੱਖਿਆ ਕਰਨੀ ਹੁੰਦੀ ਨਾ। ਅਤੇ ਜੇ ਮਾਂ ਪਿਓ ਨਾ ਸੁਣ, ਰਾਜ ਦਰਬਾਰ ਜਾਣਾ ਹੁੰਦਾ, ਨਿਆਂ ਨਾ ਮਿਲੇ। ਅਤੇ ਤੂੰ ਵੀ ਹੁਣ ਮੇਰੇ ਖੂਨ ਦਾ ਪਿਆਸਾ ਹੋਇਆ, ਤੇਰੀ ਢੇਰੀ ਵੀ ਢਾਤੀ। ਤੀਜੀ ਦੇਵੀ ਦੇਵਤਿਆਂ ਦੀ, ਉਹ ਦੇਵੀ ਵੀ ਪਿਆਸੀ ਹੈ। ਚੌਥੀ ਪਰਮੇਸ਼ਰ ਹੀ ਬਚਾ ਲੈ ਅਤੇ ਚਾਹੇ ਮਾਰ ਲੈ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਦੇਖੋ ਕੈਸੀ ਬੁੱਧੀ ਹੈ। ਪਤਾ ਨਹੀਂ ਰੱਬ ਨੇ ਕਿਹਨੂੰ ਸੋਝੀ ਦੇਣੀ, ਬੱਚੇ ਨੂੰ ਦੇਣੀ ਹੈ, ਜਵਾਨ ਨੂੰ ਦੇਣੀ, ਬਿਰਧ ਨੂੰ ਦੇਣੀ, ਮਾਈ ਨੂੰ ਦੇਣੀ, ਭਾਈ ਨੂੰ ਦੇਣੀ। ਇਹ ਤਾਂ ਮਹਾਰਾਜ ਦੀ ਮਿਹਰ ਹੈ ਨਾ। ਰਾਜਾ ਕਹਿੰਦਾ ਇਹੋ ਜਿਹਾ ਬੱਚਾ ਹੁਣ ਹਰ ਕਿੱਥੋਂ ਮਿਲਣਾ। ਉਦੋਂ ਰਾਜਸੀ ਬਸਤਰ ਪਵਾਏ, ਤਖ਼ਤ 'ਤੇ ਬਹਾਲ ਕੇ ਤਿਲਕ ਕਰਾਤਾ। ਕਹਿੰਦੇ ਅੱਜ ਤੋਂ ਮੇਰਾ ਯੁਵਰਾਜ ਇਹ ਹੋਇਆ, ਪ੍ਰਭ ਕੀ ਸਰਣ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਇਸ ਵਾਸਤੇ ਤੁਸੀਂ ਗੁਰੂ ਨਾਨਕ ਸਾਹਿਬ ਤੁਹਾਡੇ ਇਲਾਕੇ 'ਚ 16 ਸਾਲ ਦੇ ਅੰਤਰਗਤ ਰਹੇ। ਤੁਹਾਡੇ ਨੇੜੇ ਬਾਬਾ ਵੀਰ ਸਿੰਘ ਦਾ ਸਥਾਨ ਆ, ਉੱਥੇ ਤੁਹਾਡਾ ਭਰੋਸਾ ਹੀ ਨਹੀਂ ਵੱਜਦਾ। ਫਿਰ ਵੀ ਕਬਰਾਂ ਅਤੇ ਮੜੀਆਂ ਦੀ ਪੂਜਾ 'ਚ ਲੱਗੇ ਪਏ ਆ। ਇਹਦਾ ਮਤਲਬ ਵੀ ਮਹਾਰਾਜ ਦੇ ਘਰੋਂ ਕੁਛ ਨਹੀਂ ਮਿਲੇਗਾ, ਅਤੇ ਰੋਜ਼ ਪੜ੍ਹ ਵੀ ਲੈਂਦੇ ਹਾਂ। ਹਾਂਜੀ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਹਾਂ ਸੱਚ। ਹੁਣ ਤੁਹਾਡੇ ਪਿੰਡ 'ਚ ਸਾਈਂ ਜੀ ਹੋਏ ਆ, ਸ਼ਾਹ ਹੁਸੈਨ। ਉਹ ਮਹਾਰਾਜ ਕੋਲ ਜਾਂਦਾ ਸੀ ਨਾ ਚੌਧਰੀ, ਲੱਤ 'ਚ ਥੋੜ੍ਹਾ ਜਿਹਾ ਬਲ ਸੀ। ਉਹ ਚੌਧਰੀ ਕਹਿੰਦੇ ਰੋਜ਼ ਜਾਣਾ, ਤੇਰਾ ਤਾਂ ਦੂਰ ਨਹੀਂ ਕਰਦੇ। ਮਹਾਰਾਜ ਕਹਿੰਦੇ ਲੇਟ ਹੋ ਗਿਆ। ਕਹਿੰਦੇ ਆਹ ਗੱਲ? ਕਹਿੰਦੇ ਸਾਡਾ ਸੇਵਕ ਸ਼ਾਹ ਹੁਸੈਨ, ਉਹਦੇ ਕੋਲ ਚੱਲ ਜਾ। ਜਿਲੇ ਉੱਥੇ ਆਇਆ, ਕਹਿੰਦੇ ਕਿਵੇਂ ਆਇਆ? ਕਹਿੰਦੇ ਮਹਾਰਾਜ ਨੇ ਭੇਜਿਆ। ਉਹਨੇ ਜੋ ਕੁਤਕਾ ਜਿਹਾ ਚੱਕ ਕੇ ਮਾਰਿਆ ਗਿੱਟੇ 'ਤੇ। ਕਹਿੰਦੇ ਕਰਦੇ ਆਪ ਆ, ਵਡਿਆਈਆਂ ਸਾਨੂੰ ਦੇਈ ਜਾਂਦੇ ਆ। ਦੇਖ ਲਓ, ਪੀਰ ਮਹਾਰਾਜ ਨਾਲ ਜੁੜ ਰਿਹਾ। ਜਿਹੜੇ ਸੱਚੇ ਪੀਰ ਆ ਉਹ ਤਾਂ ਗੁਰੂ ਨਾਲ ਜੋੜਦੇ ਨੇ। ਇਸ ਵਾਸਤੇ ਮਹਾਰਾਜ ਕਹਿੰਦੇ ਜਾ ਕੀ ਸਰਣ ਪਿਆ ਸੁਖ ਪਾਈਆ। ਜਿਹਦੀ ਸ਼ਰਨ ਪੈਣ ਨਾਲ ਸਾਰੀ ਪ੍ਰਕਾਰ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਬਾਹੜ ਦੁੱਖ ਨਾ ਹੋਈ, ਬਾਹੜ ਪੁਨਾ ਫਿਰ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਇੱਕ ਸਾਧ ਸੰਗਤ ਜੀ ਆਪਣੇ ਸਾਡੇ ਗਿਆਨੀ ਸੀਗੇ, ਉਹ ਮਲੇਰਕੋਟਲੇ ਡਿਊਟੀ ਲੱਗ ਗਈ। ਉਹ ਮਲੇਰਕੋਟਲੇ ਵਾਲਾ ਪੀਰ ਸੀ। ਉਹ ਸਿੰਘ ਉਹਨੂੰ ਬੜਾ ਤੰਗ ਕਰੇ। ਉਹ ਗਿਆਨੀ ਜੀ ਕਹਿੰਦੇ ਵੀ ਮੈਨੂੰ ਬੜੀ ਤੰਗੀ ਹੈ। ਉਹ ਕਹਿੰਦੇ ਭਈ ਅੰਮ੍ਰਿਤ ਛਕ ਲਾ।
ਉਹ ਕਹਿੰਦਾ ਪਹਿਲਾਂ ਪੀਰ ਨੂੰ ਪੁੱਛ ਲਓ, ਘਰ ਬਣਾਈਓ ਸੀ ਜਗ੍ਹਾ। ਪੀਰ ਕਹਿੰਦਾ ਵੀ ਜੇ ਤਾਂ ਅੰਮ੍ਰਿਤ ਛਕ ਲੈਂਗਾ ਫੇਰ ਤਾਂ ਨਹੀਂ, ਜੇ ਨਹੀਂ ਛਕੇਗਾ ਫਿਰ ਤਾਂ ਆਪਾਂ ਕਾਬੂ ਕਰਨਾ ਹੀ ਆ। ਹੁਣ ਜੀ ਫਿਰ ਅੰਮ੍ਰਿਤ ਛਕ ਲਿਆ, ਕਹਿੰਦਾ ਵੀ ਹੁਣ ਨਹੀਂ ਆਪਣਾ ਬਸ ਚੱਲਦਾ। ਇਸ ਕਰਕੇ ਹੰਡਵਾੜ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਅਤੇ ਮਹਾਰਾਜ ਆਪੇ ਹੀ ਤੁਹਾਡੀ ਬਾਂਹ ਫੜਨਗੇ। ਅਤੇ ਮਹਾਰਾਜ ਤਾਂ ਦੇਖੋ ਸਾਫ ਰੋਜ਼ ਸਵਈਆ ਪੜ੍ਹਦੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਪਰੇ ਨਹੀਂ ਆਨਿਓ, ਰਾਮ ਰਹੀਮ ਪ੍ਰਾਨ ਕਰਾਨ ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇਹ ਪਾਤਸ਼ਾਹ ਦਾ ਹੁਕਮ। ਇਸ ਵਾਸਤੇ ਮਹਾਰਾਜ ਕਹਿੰਦੇ ਬਹੁੜ ਪੁਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੁੰਦਾ ਹੈ। ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਬੜੇ ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਆ, ਉਹਨਾਂ ਨੂੰ ਸ੍ਰੇਸ਼ਟ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਮਿਲਦੀ। ਜਿਵੇਂ ਧੰਨ ਧੰਨ ਬਾਬਾ ਵੀਰ ਸਿੰਘ ਸਾਹਿਬ ਤੁਹਾਡੇ ਇਲਾਕੇ 'ਚ ਆਏ, ਤੁਸੀਂ ਉਹਨਾਂ ਨੂੰ ਕਿਹਾ ਮਹਾਰਾਜ ਸਾਡੇ ਕੋਲ ਜ਼ਮੀਨ ਨਹੀਂ, ਕਹਿੰਦੇ ਜ਼ਮੀਨ ਮਿਲ ਜਾਏਗੀ। ਕਹਿੰਦੇ ਮਹਾਰਾਜ ਧਰਤੀ 'ਚ ਕਲਰ ਬੜਾ, ਕਹਿੰਦੇ ਇਹ ਵੀ ਦੂਰ ਹੋ ਜਾਏਗਾ। ਖੰਡੇਵਾੜ ਦਾ ਅੰਮ੍ਰਿਤ ਛਕੋ। ਐਸ ਇਲਾਕੇ ਜਿਹੜੀ ਸਿੱਖੀ ਹੈ ਇਹ ਧੰਨ ਧੰਨ ਬਾਬਾ ਵੀਰ ਸਿੰਘ ਜੀ ਦੀ ਕਿਰਪਾ ਨਾਲ ਆਈ ਹੈ। ਅਤੇ ਬਾਬਾ ਜੀ ਨੂੰ ਕਹਿੰਦੇ ਮਹਾਰਾਜ ਫਿਰ ਬਰਕਤ, ਕਹਿੰਦੇ ਮਨ ਪਿੱਛੇ ਪਾ ਦਾਣੇ ਗੁਰੂ ਕੇ ਲੰਗਰ 'ਚ ਪਾਇਆ ਕਰੋ। ਉਦੋਂ ਤੁਹਾਨੂੰ ਪਤਾ ਵੀ ਇੰਨੇ ਸਾਧਨ ਨਹੀਂ, ਬਾਰਿਸ਼ਾਂ ਉੱਤੇ ਅਨਾਜ ਹੁੰਦਾ ਸੀ, ਪਾ ਮਣੀ ਉਹਨੂੰ ਕਹਿੰਦੇ ਇਸ ਇਲਾਕੇ ਵਾਲੇ। ਅਤੇ ਜਿਹੜੇ ਹੁਣ ਵੀ ਕਰਦੇ ਆ ਉਹਨਾਂ ਦੇ ਬਸ ਬਰਕਤਾਂ ਹੀ ਬਰਕਤਾਂ ਆ। ਉਹ ਬਚਨ ਮਹਾਂਪੁਰਖਾਂ ਦੇ ਅਟੱਲ ਅੱਜ ਵੀ ਉਵੇਂ ਕਿਵੇਂ ਹੈ, ਇਹ ਉਹਨਾਂ ਦੀ ਸਾਰੀ ਮਿਹਰ ਹੋਈ ਹੈ ਇਸ ਇਲਾਕੇ ਦੇ ਉੱਤੇ। ਇਸ ਵਾਰ ਵੱਡਿਆਂ ਭਾਗਾਂ ਦੇ ਨਾਲ ਇਹੋ ਜਿਹਾ ਜਿਹੜੇ ਮਹਾਂਪੁਰਖ ਹਨ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ। ਪਰ ਸੇਵਾਦਾਰ ਦੇ ਲੋ ਇੱਥੇ ਉਹਨਾਂ ਨੇ ਬਾਬਾ ਟੇਕ ਸਿੰਘ ਬਾਬਾ ਕਾਹਨ ਸਿੰਘ ਨੂੰ ਛੱਡਿਆ। ਅੱਜ ਅਸੀਂ ਗੱਲਾਂ ਨਾ ਬਹੁਤ ਚਾਹੁੰਦੇ ਹਾਂ ਪਰ ਸੇਵਾ ਨਹੀਂ। ਅਤੇ ਬਾਬਾ ਕਾਹਨ ਸਿੰਘ ਜੀ ਇੱਕ ਭੜੋਲੀ ਬਣਾਈ ਹੋਈ ਸੀ, ਕੜਾਹੀ ਇਹਦੇ ਵਿੱਚ ਰੱਖ ਕੇ ਉਹਦੇ 'ਚ ਪਾਥੀਆਂ ਪਾ ਲੈਣੀਆਂ, ਅੱਗ ਜਲਾ ਲੈਣੀ, ਵਿੱਚ ਤੌੜੀ ਰੱਖ ਦੇਣੀ, ਵਿੱਚ ਖਿਚੜੀ ਰਿਝਣੀ, ਇੱਕ ਦੇ ਵਿੱਚ ਦਹੀਂ ਜਮਾ ਦੇਣਾ, ਦੁੱਧ ਜਮਾ ਦੇਣਾ। ਇੱਥੋਂ ਨਰੰਗਾਬਾਦ ਨੂੰ ਤੁਰ ਪੈਣਾ। ਉਹਨਾਂ ਦੇ ਸਿਰ ਦੇ ਉੱਤੇ ਖਿਚੜੀ ਰਿਝਦੀ ਸੀ ਅਤੇ ਦਹੀਂ ਬਣਦਾ ਸੀ। ਸਵੇਰੇ 1 ਵਜੇ ਪਹੁੰਚ ਕੇ ਬਾਬਾ ਜੀ ਦੀ ਜਿਹੜੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਫਰੀ ਹੁੰਦੇ ਸੀ, ਦਹੀਂ ਖਿਚੜੀ ਛਕਾ ਕੇ ਉੱਥੇ ਸਾਰੀ ਹਜ਼ੂਰੀ ਸੇਵਾ ਕਰਕੇ ਇੱਥੇ ਆਉਣਾ। ਫਿਰ ਲੰਗੜੇ ਲੂਲੇ ਪਿੰਗਲੇ ਅਪਾਹਜ ਰੱਖੇ ਹੁੰਦੇ ਸੀ, ਅਤੇ ਰੋਡ ਪੀ ਪੀ ਕੇ ਚੱਕੀ ਨਾਲ ਚੂਨਾ ਤਿਆਰ ਕਰਨਾ। ਫਿਰ ਉਹ ਅਸਥਾਨ ਬਣਾ ਨਿੱਕੀ ਇੱਟ ਦਾ, ਹਾਲੇ ਵੀ ਤੁਹਾਡੇ ਸਾਹਮਣੇ ਹੀ ਹੈ, ਕਿੰਨੀ ਮਿਹਨਤ ਦੇ ਨਾਲ, ਜਿਹਦਾ ਨਾਂ ਦਮਦਮਾ ਸਾਹਿਬ ਆ। ਇੰਨੀਆਂ ਮਿਹਨਤਾਂ ਕਰ ਕਰਕੇ ਉਹਨਾਂ ਨੇ ਇਸ ਇਲਾਕੇ ਵਿੱਚ ਜਾਗਰਤੀ ਲਿਆਂਦੀ, ਸਿੱਖੀ ਲਿਆਂਦੀ। ਹਾਂਜੀ, ਕਿੰਨੀ ਕਿਰਪਾ ਕੀਤੀ ਬਾਬਾ ਖੜਕ ਸਿੰਘ ਸਾਹਿਬ, ਫਿਰ ਦੇਖ ਲਓ ਬਾਬਾ ਭਾਗ ਸਿੰਘ, ਬਾਬਾ ਜਗ ਸਿੰਘ, ਉਹਨਾਂ ਮਹਾਂਪੁਰਖਾਂ ਨੇ ਕਿੰਨੀਆਂ ਘਾਲਣਾ ਘਾਲ ਗਾਲ ਕੇ ਆ ਤੁਹਾਨੂੰ ਅੰਮ੍ਰਿਤ ਛਕਾ ਛਕਾ ਕੇ ਗੁਰਸਿੱਖ ਬਣਾਇਆ। ਅਤੇ ਅੱਜ ਵੀ ਭਾਈ ਇਹੀ ਬੇਨਤੀ ਹੈ ਕਿ 550 ਸਾਲ ਹੋ ਗਏ, ਜੇ 550 ਸਾਲ 'ਚ ਅਸੀਂ ਜਟਾ ਜੂਟੇ ਨਹੀਂ ਹੋ ਸਕੇ, ਨਸ਼ੇ ਨਹੀਂ ਛੱਡ ਸਕੇ, ਅੰਮ੍ਰਿਤ ਛਕਣਾ ਦੂਰ ਆ। ਅੱਗੇ 500 ਸਾਲੇ ਵੀ ਮਨਾ ਲੈ, 400 ਸਾਲੇ, 350 ਸਾਲੇ, 300 ਸਾਲੇ, ਇਹ ਵੀ ਮੰਨ ਜਾਣਾ। ਸਵਾਦ ਇਸ ਗੱਲ ਵਿੱਚ ਹੈ ਕਿ ਜਿੰਨੀਆਂ ਸਾਡੇ 'ਚ ਭੈੜੀਆਂ ਬਿਮਾਰੀਆਂ, ਭੈੜੀਆਂ ਰਸਮਾਂ ਆਈਆਂ, ਔਰ ਜਿਹੜਾ ਪਤਤਪੁਣਾ ਆਇਆ, ਨਸ਼ੇ ਨੁਸ਼ੇ ਆਏ ਹੈ, ਇਹ ਛੱਡ ਕੇ 550 ਸਾਲਾਂ 'ਤੇ ਇਉਂ ਹੋਵੇ ਵੀ ਅੱਜ ਸਵਰਗਾਂ ਤੋਂ ਫਰੇਸ਼ ਇਸ ਧਰਤੀ 'ਤੇ ਆ ਗਏ। ਅੰਮ੍ਰਿਤ ਛਕ ਛਕ ਕੇ ਗੁਰੂ ਵਾਲੇ ਬਣ ਜਾਈਏ, ਅਤੇ ਕਮ ਸੇ ਕਮ ਜਿਹੜੀਆਂ ਭੈੜੀਆਂ ਅਲਾਮਤਾਂ ਇਹ ਤਾਂ ਲਾਈਏ ਨਾ। ਗੁਰੂ ਮਹਾਰਾਜ ਬਖਸ਼ਿਸ਼ ਤਾਂ ਹੀ ਮਿਲੇਗੀ। ਸੋ ਸੱਚੇ ਪਾਤਸ਼ਾਹ ਕਹਿੰਦੇ ਵੱਡਿਆਂ ਭਾਗਾਂ ਨਾਲ
ਉਹਨਾਂ ਪੂਰਨ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਤਿਨ ਭੇਟਤ ਦੁਰਮਤ ਖੋਈ। ਉਹਨਾਂ ਮਹਾਂਪੁਰਖਾਂ ਦੀ ਸੰਗਤ 'ਚ ਜਦੋਂ ਮਿਲਦੇ ਹਾਂ, ਉਹਨਾਂ ਦੇ ਪ੍ਰਵਚਨ ਸੁਣਦੇ ਹਾਂ, ਉਹਨਾਂ ਬਚਨਾਂ 'ਤੇ ਅਮਲ ਕਰਦੇ ਹਾਂ, ਅਤੇ ਜਿਹੜੀ ਮਨ ਨੂੰ ਖੋਟੀ ਮਤ ਭੈੜੀ ਬੁੱਧੀ ਨੂੰ ਮੈਲ ਲੱਗੀ ਹੋਈ ਹੈ ਨਾ, ਉਹ ਖੋਈ ਮੈਨੇ ਨਾਸ ਹੋ ਜਾਂਦੀ ਹੈ। ਊਤਮ ਮਤ ਹਿਰਦੈ ਤੂੰ ਆਓ, ਫਿਰ ਸ੍ਰੇਸ਼ਟ ਮਤ ਆ ਜਾਂਦੀ ਹੈ। ਤਿਨ ਕੀ ਧੂਰ ਨਾਨਕ ਦਾਸ ਬਾਛੈ। ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ, ਇਹ ਪਾਤਸ਼ਾਹ ਤੇਰੇ ਚਰਨਾਂ 'ਚੋਂ ਲੋਚਦੇ ਹੋਣੇ। ਸੰਤ ਗੁਰਚਰਨ ਸਿੰਘ ਆਏ ਨਾ, ਇਹਨਾਂ ਦੇ ਬਜ਼ੁਰਗ ਸੀ ਪ੍ਰਧਾਨ ਸਿੰਘ। ਬਾਬਾ ਵੀਰ ਸਿੰਘ ਘੋੜੇ 'ਤੇ ਜਾ ਰਹੇ ਸੀ, ਕਹਿੰਦੇ ਮਹਾਰਾਜ ਪੁੱਤਰ ਦੀ ਦਾਤ, ਕਹਿੰਦੇ ਬਈ 100 ਜਨਮ ਤੇ ਹੈ ਨਹੀਂ। ਉਹ ਲਗਾਮ ਫੜੀ ਸੀ, ਕਹਿੰਦੇ ਮਹਾਰਾਜ ਫਿਰ ਕਿੱਥੇ ਜਾਈਏ ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ। ਇੰਨੇ ਨੂੰ ਇੱਕ ਤਿੱਤਰ ਉੱਡਿਆ ਅਤੇ ਉਹ ਕੁਦਰਤੀ ਬਾਬਾ ਜੀ ਦੇ ਘੋੜੇ ਨੇ ਜਿਹੜੇ ਚਰਨ ਰੱਖਿਆ ਥੱਲੇ ਆ ਕੇ ਮਰ ਗਿਆ। ਕਹਿੰਦੇ ਲਓ ਐਨ ਤੁਹਾਡੇ ਲਈ ਬਲੀਦਾਨ ਦਿੱਤਾ। ਗੱਜ ਕੇ ਬੋਲੋ ਸ੍ਰੀ ਵਾਹਿਗੁਰੂ। ਆ ਹੁਣ ਸੰਤ ਗੁਰਚਰਨ ਸਿੰਘ ਆਏ ਨਾ, ਇਹ ਉਹਨਾਂ ਦੀ ਕੁੱਲ 'ਚੋਂ ਆ ਠੱਟੇ ਤੋਂ ਪ੍ਰਤੱਖ ਮਹਾਂਪੁਰਖਾਂ ਦੇ ਜਿਹੜੇ ਬਚਨ ਆ, ਕਿੰਨੀਆਂ ਕਿੰਨੀਆਂ ਜੜ੍ਹਾਂ ਲਾਈਆਂ, ਪਰ ਕਈਆਂ ਨੇ ਜੜ੍ਹਾਂ ਪਟਾ ਵੀ ਲਈਆਂ। ਹੀਰਾ ਸਿੰਘ ਡੋਗਰੇ ਨੇ ਹਮਲਾ ਕੀਤਾ, ਸੰਤ ਕਾ ਦੋਖੀ ਮਹਾ ਹਤਿਆਰਾ, ਸੰਤ ਕਾ ਦੋਖੀ ਪਰਮੇਸ਼ਰ ਮਾਰਾ, ਸੰਤ ਕਾ ਦੋਖੀ ਰਾਜ ਤੇ ਹੀਨ, ਸੰਤ ਕਾ ਦੋਖੀ ਦੁਖੀਆ ਅਰਦੀਨ। ਜਿਹੜਾ ਸੇਵਾ ਕਰਦਾ ਭਾਗਵਾਨ ਸੇਵਾ ਕਰੇ, ਹੁਜਤਾਂ ਕਰੇ ਪਲੀਤ, ਦਰਬਾਦਸ਼ਾਹ ਸੋ ਕਰਤ ਡਫੌਰੀ ਜਾਦਵੇ ਫਲ ਪਾਏ। ਇਸ ਕਰਕੇ ਸਾਧ ਅਸੀਂ ਭਾਗਾਂ ਵਾਲੇ ਜਿਹੜੇ ਆ ਉਹ ਫਿਰ ਅਸੀਸਾਂ ਲੈਂਦੇ ਆ। ਤਿੰਨ ਕੀ ਧੂਰ ਨਾਨਕ ਦਾਸ ਵਿੱਚ, ਉਹਨਾਂ ਦੇ ਚਰਨਾਂ ਦੀ ਧੂੜੀ। ਹੁਣ ਇਹ ਸੰਤ ਗਏ ਆ, ਇਹ ਤਾਂ ਜੁੜ ਗਿਆ ਸੀ ਗਠੀਏ ਨਾਲ, ਗੁੰਮ ਹੋ ਗਿਆ ਸੀ। ਫਿਰ ਸ਼੍ਰੀਮਾਨ ਬਾਬਾ ਜਗ ਸਿੰਘ ਦੇ ਚਰਨਾਂ ਚੁੱਕ ਕੇ ਲਿਆਏ, ਉਹਨਾਂ ਨੇ ਇਹਨਾਂ ਨੂੰ ਦੁਬਾਰਾ ਜਨਮ ਦਿੱਤਾ। ਆ ਸੰਤ ਗੁਰਚਰਨ ਸੁਣਨ ਨੂੰ ਇਹਨਾਂ ਨੇ ਆਪਣੇ ਕਮਰੇ 'ਚ ਫੋਟੋ ਲਾਈ, ਜਿੱਲੇ ਜਾਈਏ ਨਾ ਹੱਥ ਜੋੜ ਕੇ ਕਹਿਣਗੇ ਆ ਇਹਨਾਂ ਦੀ ਕਿਰਪਾ, ਚਿੱਤਰ ਵਾਲਾ ਇਸ਼ਾਰਾ ਕਰਕੇ ਵੀ ਮੈਨੂੰ ਜੀਵਨ ਇਹਨਾਂ ਨੇ ਦਿੱਤਾ। ਪਰ ਜਿਨ੍ਹਾਂ ਨੇ ਮਹਾਂਪੁਰਖਾਂ ਦੀਆਂ ਬਰਕਤਾਂ ਦੇਖੀਆਂ ਉਹਨਾਂ ਨੂੰ ਤਾਂ ਚੇਤੇ ਆ, ਅਤੇ ਕਈ ਲੋਕ ਇਹ ਸੰਗਤ ਕਰਦੇ ਨਹੀਂ, ਉਹਨਾਂ ਦੇ ਕੋਲ ਨਿੰਦਿਆ ਹੀ ਹੈ। ਪਰ ਜਿਹੜੇ ਗੁਰਮੁਖ ਪਿਆਰੇ ਹੈ ਸੋਝੀ ਵਾਲੇ, ਉਹ ਇਹੋ ਜਿਹੇ ਪਵਿੱਤਰ ਮਹਾਂਪੁਰਖਾਂ ਦੀ ਸੰਗਤ ਕਰਦੇ ਆ। ਉਹਨਾਂ ਦੀ ਧੂੜੀ 'ਚ ਕਿੰਨੀ ਬਰਕਤ ਹੈ। ਤਿੰਨ ਕੀ ਧੂਰ ਨਾਨਕ ਦਾਸ ਬਖਸ਼ੈ, ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜੀ ਦੀ ਬਖਸ਼ੇ ਮਨ ਅਸੀਂ ਇੱਛਾ ਕਰਦੇ ਹਾਂ। ਜਿਨ ਹਰ ਨਾਮ ਹਿਰਦੈ ਪਰੋਈ। ਇਹਨਾਂ ਨੇ ਆਪਣੇ ਹਿਰਦੇ 'ਚ ਗੁਰੂ ਦੇ ਹੁਕਮ ਰੂਪੀ ਸੂਤਰ 'ਚ ਪਰਮੇਸ਼ਰ ਦਾ ਨਾਮ ਰੂਪੀ ਮੋਤੀ ਪਰੋ ਲਿਆ, ਅਤੇ ਸਦਾ ਵਾਸਤੇ ਉਹ ਨਾਮ ਜਪਦੇ ਆ। ਸਾਧ ਸਾਧ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਊਠਤ ਬੈਠਤ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦਕਾ। ਹੁਣ ਤੁਰਕਾਂ ਵਿੱਚ 5 ਵੇਲੇ ਨਵਾਜ਼ਾਂ, ਜਿਹੜੇ ਸਨਾਤਨੀ ਆ ਉਹ 3 ਵੇਲੇ ਸੰਧਿਆ ਕਰਦੇ ਆ। ਗੁਰੂ ਮਹਾਰਾਜ ਨੂੰ ਪੁੱਛਿਆ ਵੀ ਸਾਡੇ ਵਾਸਤੇ ਕੀ ਹੁਕਮ ਹੈ? ਮਹਾਰਾਜ ਕਹਿੰਦੇ ਸਭੋ ਵਕਤ ਸਭੋ ਕਰ ਬੇਲਾ, ਖਾਲਕ ਜਾਦ ਦਿਲੇ ਮੈਂ ਮਿਲ, ਔਰ ਸਾਸ ਗਰਾਸ। ਊਠ ਬੈਠ ਸੋਭਤ ਨਾਮ, ਕਹੁ ਨਾਨਕ ਜਨ ਕੇ ਸਦਕਾ। ਜੇ ਬੇਲਾ ਵਕਤ ਵਿਚਾਰੀਏ ਕਿਤ ਵੇਲੇ ਭਗਤ ਹੋਏ, ਕਹਿੰਦੇ ਹਰ ਵੇਲੇ। ਹੁਣ ਪ੍ਰਸ਼ਨ ਹੈ ਵੀ ਜਾਗਦਾ ਤਾਂ ਟਰਾਈ ਕਰੂ ਜਪਣ ਦੀ, ਸੁੱਤਾ ਆ ਹੁਣ ਸੁੱਤੇ ਦੇ ਸਵਾਸ ਵੀ ਚੱਲੀ ਜਾਂਦੇ ਆ। ਜਿਹੜੇ ਸਵਾਸ ਦੇ ਪਟੇ 'ਤੇ ਸਿਮਰਨ ਚੜ੍ਹਾ ਦਿਆਂਗੇ ਫਿਰ ਸਿਮਰਨ ਵੀ ਹੋ ਹੀ ਜਾਂਦਾ। ਇਹਦੇ ਲਈ ਪਹਿਲਾਂ ਮਿਹਨਤ ਕਰਨੀ ਪੈਂਦੀ ਹੈ। ਸੋ ਸਾਧ ਸੰਗਤ ਜੀ, ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਆਪ ਜੀ ਦਾ ਉਦਮ ਮਹਾਰਾਜ ਨੂੰ ਸਫਲ ਕਰਨ। ਕਿਉਂਕਿ ਆਪਾਂ ਕੋਈ ਬ੍ਰਿਕਸ਼ ਬੀਜਦੇ ਹਾਂ, ਖੇਤੀ ਬੀਜਦੇ ਹਾਂ, ਪਿੰਡਾਂ ਦੇ ਤੁਸੀਂ ਸਾਰੇ ਕਿਸਾਨ ਲੋਕ ਆ, ਅਤੇ ਜੇ ਕਣਕ ਨੂੰ ਸਿੱਟਾ ਪਵੇ ਫੇਰ ਹੀ ਮੁੱਲ ਆ ਨਾ। ਕੋਈ ਅੰਬ ਦਾ ਬੂਟਾ ਲਾਇਆ, ਫਲ ਲੱਗੇ, ਅੰਬ ਲੱਗਣ, ਫੇਰ ਹੀ ਹੈ। ਇਸੇ ਤਰ੍ਹਾਂ ਸਮਾਗਮਾਂ ਦਾ ਮਤਲਬ ਇਹੀ ਹੈ, ਇਹ ਸਿੱਖੀ ਦਾ ਬੂਟਾ ਪ੍ਰਫੁੱਲਤ ਹੋਵੇ, ਇਹਨੂੰ ਗਿਆਨ ਮੁਕਤੀ ਦਾ ਫਲ ਲੱਗੇ, ਫਿਰ ਭਾਈ ਸਾਡੇ ਜਿਹੜੇ ਸਮਾਗਮ ਆ ਉਹ ਸਫਲ ਹੋਣਗੇ। ਅਤੇ ਬਾਕੀ ਜਿੰਨਾ ਚਿਰ ਸੰਗ 'ਚ ਬੈਠੇ ਆ ਸਮਾਂ ਤਾਂ ਸਫਲ ਹੀ ਹੈ। ਜਿਹੜੇ ਆ ਕੇ ਤਨ ਮਨ ਧਨ ਨਾਲ ਸੇਵਾ ਕਰਦੇ ਆ,
ਸਫਲ ਹੈ। ਪੂਰੀ ਸਫਲਤਾ ਉਦੋਂ ਆ ਜਦੋਂ ਗੁਰੂ ਮਹਾਰਾਜ ਦੇ ਪੂਰੇ ਬਚਨ ਮੰਨ ਕੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਰਹਿਣੀ ਰਹੇ ਸੋਈ ਸੋਈ ਸਿੱਖ ਮੇਰਾ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣ ਦਾਸ ਜਦੋਂ ਪਹਿਲਾਂ ਇਸ ਇਲਾਕੇ 'ਚ ਆਏ ਆ, ਬਾਕੀ ਇਲਾਕਿਆਂ 'ਚ ਤਾਂ ਕੋਈ ਬਿਮਾਰੀ ਸ਼ੁਰੂ ਹੋ ਗਈ ਸੀ। ਇੱਥੇ ਰੋਮਾਂ ਦੀ ਬੇਅਦਬੀ ਬਹੁਤ ਘੱਟ ਸੀ। ਮਹਾਂਪੁਰਖਾਂ ਦੀ ਬੜੀ ਮਿਹਰ ਰਹੀ ਹੈ। ਹਾਲੇ ਵੀ ਦੋਹਾਂ ਇਲਾਕਿਆਂ 'ਚੋਂ ਫਰਕ ਆ, ਪਰ ਹੁਣ ਆਂਢੀਆਂ ਗੁਆਂਢੀਆਂ ਦੀ ਨਕਲ ਨਾਲ ਅਸਰ ਜ਼ਰੂਰ ਪੈਣ ਲੱਗ ਪਿਆ। ਤੇ ਜੇ ਚੰਗਿਆਂ ਪੁਰਸ਼ਾਂ ਦੀ ਸੰਗਤ ਕਰੀਏ ਫਿਰ ਅੰਗ ਲਾਗਤ ਹੈ, ਭਉ ਭਾਗਤ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿੱਡੀ ਵੱਡੀ ਮਿਹਰ ਕੀਤੀ। ਨੇੜੇ ਸਾਡੇ ਸੁਲਤਾਨਪੁਰ ਲੋਧੀ ਬੇਰ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ, ਇੱਧਰ ਗੋਇੰਦਵਾਲ ਸਾਹਿਬ, ਉਧਰ ਖਡੂਰ ਸਾਹਿਬ, ਤਰਨਤਾਰਨ ਸਾਹਿਬ, ਕਿੰਨੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ, ਕਿੰਨੇ ਤੀਰਥ ਹੈ। ਨੇੜੇ ਤੁਹਾਡੇ ਦਮਦਮਾ ਸਾਹਿਬ ਮਹਾਂਪੁਰਖਾਂ ਦਾ ਅਸਥਾਨ ਹੈ, ਜਿੱਥੇ ਕਿੱਡੇ ਵੱਡੇ ਸ਼ਖਸੀਅਤਾਂ ਹੋ ਚੁੱਕੀਆਂ। ਸੋ ਉਹਨਾਂ ਮਹਾਂਪੁਰਖਾਂ ਦੀ ਅੱਜ ਵੀ ਭਾਈ ਲੋੜ ਹੈ ਐਸੇ ਕਮਾਈ ਵਾਲੇ ਪੁਰਸ਼ਾਂ ਦੀ, ਕਿਉਂਕਿ ਉਹਨਾਂ ਦੇ ਤਾਂ ਦਰਸ਼ਨ 'ਚ ਬੜੀ ਕੋਸ਼ਿਸ਼ ਹੁੰਦੀ ਹੈ। ਉਹਨਾਂ ਦਾ ਕਮਾਇਆ ਜੀਵਨ ਹੁੰਦਾ, ਫੁੱਲ ਕੋਈ ਪ੍ਰਚਾਰ ਥੋੜ੍ਹੀ ਕਰਦਾ। ਉਹਦੀ ਸੁਗੰਧੀ ਆਪਣੇ ਆਪ ਬੰਦੇ ਨੂੰ ਆਪਣੇ ਵੱਲ ਖਿੱਚਦੀ ਹੈ। ਜਿਹੜੇ ਕਮਾਈ ਵਾਲੇ ਪੁਰਖ ਆ, ਉਹਨਾਂ ਦੇ ਅੰਦਰ ਨਾਮ ਬਾਣੀ ਦੀ ਸੁਗੰਧੀ ਹੁੰਦੀ ਹੈ, ਉਹ ਆਕਰਸ਼ਣ ਸ਼ਕਤੀ ਹੁੰਦੀ ਹੈ। ਉਹਨਾਂ ਦੇ ਦਰਸ਼ਨ ਡਿਠੇ ਲੈਣ ਬਜੋਗਾ ਜੀ। ਸੋ ਸਾਧ ਸੰਗਤ ਜੀ, ਰਾਗੀ ਸਿੰਘ ਆ ਗਿਆ ਕਿ ਨਹੀਂ? ਆ ਗਿਆ, ਠੀਕ। ਰਾਗੀ ਸਿੰਘਾਂ ਨੂੰ ਬੁਲਾ ਲਓ ਸਟੇਜ 'ਤੇ। ਸੋ ਮੈਂ ਤਾਂ ਇਹ ਉਡੀਕ ਰਿਹਾ ਸੀ ਭਈ ਸਟੇਜ 'ਤੇ ਰਾਗੀ ਸਿੰਘ ਜਾਂ ਗਿਆਨੀ ਸਿੰਘ ਜਿਨ੍ਹਾਂ ਦਾ ਵੀ ਸਮਾਂ ਆਉਣ। ਅਤੇ ਬਾਕੀ ਜਿੰਨੀ ਸੰਗਤ ਆਈ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਅਤੇ ਨੌਜਵਾਨਾਂ ਨੂੰ ਤੁਸੀਂ ਬੜਾ ਹੌਸਲਾ ਦਿੰਦੇ ਆ, ਔਰ ਹਰ ਤਰ੍ਹਾਂ ਤਨ ਮਨ ਧਨ ਕਰਕੇ ਸੇਵਾ ਕਰਦੇ ਆ। ਤੁਹਾਡੀ ਸੇਵਾ ਵੀ ਸਫਲ ਹੈ, ਕਿਉਂਕਿ ਜਿਹੜਾ ਗੁਰਸਿੱਖੀ ਦਾ ਪ੍ਰਚਾਰ ਕਰਨਾ, ਇਹਦੇ ਨੂੰ ਵੱਡੀ ਕੋਈ ਸੇਵਾ ਨਹੀਂ। ਕਿਸੇ ਨੂੰ ਪ੍ਰੇਰ ਕੇ ਇੱਕ ਸਿੱਖ ਬਣਾ ਦਿਓ ਨਾ, ਇਹ ਬਹੁਤ ਵੱਡੀ ਸੇਵਾ। ਜਿੰਨੇ ਵੀ ਤੁਸੀਂ ਆ, ਆਪਣੇ ਬੱਚਿਆਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਸੱਜਣਾਂ ਨੂੰ ਪ੍ਰੇਰ ਕੇ ਅਸੀਂ ਪਰਨ ਧਾਰਿਆ ਵੀ ਇੱਕ ਨੂੰ ਦਾੜੀ ਕਿਸੇ ਜ਼ਰੂਰ ਰਖਾਉਣੇ। ਉਹ ਮਹਾਰਾਜ ਸਾਨੂੰ ਕੋਈ ਨਾ ਕੋਈ ਗਾਹਕ ਦੇ ਹੀ ਦਿੰਦੇ ਰੋਜ਼। ਕਿਸੇ ਨੂੰ ਪ੍ਰੇਰ ਕੇ ਅੰਮ੍ਰਿਤ ਛਕਾਉਣਾ, ਨਸ਼ਾ ਛਡਾਉਣਾ, ਕਿਉਂ ਡੀਟੀ ਮਹਾਰਾਜ ਨੇ ਇਹ ਲਾਈ ਹੈ। ਇਸ ਕਰਕੇ ਜੋ ਮਹਾਰਾਜ ਦਾ ਹੁਕਮ ਹੈ, ਸਭੇ ਸਾਂਝੀ ਬਾਲ ਸਦਾਇਨ ਤੂੰ ਕਿਸੇ ਨਾ ਕੋਈ ਨਾ ਦਿਸੈ ਬਾਹਰ ਜੀਓ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਇਸ ਕਰਕੇ ਸੱਚੇ ਪਾਤਸ਼ਾਹ ਦਾ ਐਸਾ ਸਾਂਝੀ ਵਾਲਤਾ ਦਾ ਉਪਦੇਸ਼ ਧੰਨ ਗੁਰੂ ਅਰਜਨ ਸਾਹਿਬ ਦੀ ਕਿੱਡੀ ਵਿਸ਼ਾਲ ਬਿਰਤੀ ਹੈ। ਅਤੇ ਜਿਹੜੇ ਗਰੀਬ ਸੀ, ਐਸੀ ਲਾਲ ਤੁਝ ਬਿਨ ਕਬਨ ਕਰੈ, ਗਰੀਬ ਨਵਾਜ ਗਸਈਆਂ ਮੇਰੇ ਮੱਥ ਹੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ। ਰਵਿਦਾਸ ਕਬੀਰ ਸਦਨ, ਉਹਨਾਂ ਨੂੰ ਵੀ ਮਹਾਰਾਜ ਸਨਮਾਨ ਦੇਗਾ। ਇਹ ਗੁਰੂ ਮਹਾਰਾਜ ਦੀ ਬਖਸ਼। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਸੀ ਏਕਤਾ ਦੀ ਸਰਬ ਸਾਂਝੀ ਗੁਰਬਾਣੀ ਹੈ। ਅਤੇ ਜਿਹੜੇ ਭਾਈ ਇਹਦੇ 'ਤੇ ਹੱਥ ਚੁੱਕਦੇ ਆ, ਅੰਗਾਂ ਦੀ ਬੇਅਦਬੀ ਜਾਂ ਅਗਨ ਭੇਟ, ਉਹਨਾਂ ਪਾਪੀਆਂ ਦਾ ਕਿਤੇ ਭਲਾ ਹੋਵੇਗਾ? ਇੰਨਾ ਸਾਂਝੀ ਬਾਲਤਾ ਦਾ ਉਪਦੇਸ਼ ਜਿਹੜੀ ਬਾਣੀ 'ਚ ਮਿਲੇ, ਸਿਰ ਝੁਕਦਾ। ਅਤੇ ਜਿਨ੍ਹਾਂ ਨੇ ਇਹਦੀ ਸੇਵਾ ਕੀਤੀ ਹੈ, ਦੇਖ ਲਓ ਉਹਨਾਂ ਮਹਾਂਪੁਰਖਾਂ ਦੀ ਅੱਜ ਵੀ ਜੈ ਜੈਕਾਰ ਹੋ ਰਹੀ ਹੈ। ਹਰ ਮੰਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪ੍ਰਬੰਧਕਾਂ ਦਾ, ਸਾਰੇ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਨਗਰ ਦੀ ਪੰਚਾਇਤ, ਇਲਾਕੇ 'ਚ ਆਈ ਸਮੂਹ ਸੰਗਤ, ਮਾਈ ਭਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ, ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਉਣ ਵਾਲੇ ਗੁਰਪੁਰਬ ਲਈ ਬੇਰ ਸਾਹਿਬ ਪ੍ਰਬੰਧਕਾਂ ਨੂੰ ਵੱਧ ਤੋਂ ਵੱਧ ਜਿਵੇਂ ਅੱਗੇ ਸਹਿਯੋਗ ਦਿੰਦੇ ਆ, ਸਹਿਯੋਗ ਦਿਓ, ਤਾਂ ਜੋ ਚੜ੍ਹਦੀ ਕਲਾ 'ਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਗੁਰਪੁਰਬ ਮਨਾ ਕੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਖੁਸ਼ੀਆਂ ਪ੍ਰਾਪਤ ਕਰ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।